ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 418 ਤੇ ਜਿੱਥੋਂ ਪੈਰਾ ਬਦਲਦਾ ਹੈ ਉਹਦੀ ਤੀਸਰੀ ਪੰਕਤੀ ਦੇ ਅਖੀਰ 'ਚ ਲਿਖਿਆ 2 ਨੰਬਰ, ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ। ਉਹੀ ਉਹੀ ਓਹ ਹਾਏ ਹਾਏ। ਜਦੋਂ ਬੰਦਾ ਮਰਦਾ ਫਿਰ ਬਹੁਤ ਸਾਰੇ ਲੋਕ ਓਹੋ ਕਰਦੇ, ਬੜੀ ਮਾੜੀ ਕਰਦੇ, ਹਾਏ ਹਾਏ ਕਰਦੇ। ਉਹੀ ਉਹੀ ਕਿਆ ਕਰੋ। ਜਦੋਂ ਕਿ ਤੁਹਾਨੂੰ ਪਤਾ ਹੈ ਵੀ ਜੋ ਵੀ ਇਨਸਾਨ ਇਸ ਸੰਸਾਰ 'ਚ ਆਇਆ ਉਹਨੇ ਇੱਥੋਂ ਜਾਣਾ ਹੀ ਜਾਣਾ, ਫਿਰ ਹਾਏ ਹਾਏ ਕਿਉਂ ਕਰੀ ਜਾਂਦੇ। ਜਿਹਨੇ ਸਦਾ ਰਹਿਣਾ ਪਰਮਾਤਮਾ ਦਾ ਹੈ, ਹੁਣ ਵੀ ਹੈ, ਹੋਸੀ ਫਿਰ ਵੀ ਹੋਵੇਗਾ, ਸੋਈ ਪਾਓ ਪਰਮਾਤਮਾ। ਤੁਮ ਰੋਵੋਗੇ ਉਸ ਨੂੰ, ਤੁਮ ਕੋ ਕੌਣ ਰੋਈ। ਤੁਸੀਂ ਤਾਂ ਮਰੇ ਹੋਏ ਤੇ ਰੋਈ ਜਾਓਗੇ, ਮਰ ਗਿਆ ਜੋ। ਤੁਹਾਨੂੰ ਕਹਿੰਦੇ ਕੌਣ ਰੋਏਗਾ, ਕੀ ਪਤਾ ਤੁਹਾਨੂੰ ਕਹਿੰਦੇ ਰੋਏਗਾ ਕੋਈ ਕਿ ਨਹੀਂ ਰੋਏਗਾ। ਧੰਦਾ ਪਿਟਿਓ ਭਾਈਓ ਤੁਮ ਕੂੜ ਕਮਾਵੋ। ਧੰਦਾ ਪਿਟਿਓ, ਝੂਠਾ ਪਿਟਣਾ, ਵਿਅਰਥ ਪਿਟਣਾ। ਵੇ ਪੁੱਤ ਵੇ ਤੂੰ ਨਾ ਮਰਦਾ ਵੇ, ਤੇਰੀ ਥਾਂ ਤੇ ਮੈਂ ਮਰ ਜਾਂਦੀ ਵੇ। ਪੁੱਤ ਮਰਗੁੜ ਕੇ ਸੁਣਦਾ, ਕਹੀ ਜਾਵੇ ਪੁੱਤ ਵੇ ਸੁਣਨਾ। ਉਹ ਤਾਂ ਗਿਆ, ਉਹ ਤਾਂ ਸੁਣ ਹੀ ਨਹੀਂ ਰਿਹਾ। ਕਹਿੰਦੇ ਤਾਂ ਲੋਕਾਂ ਨੂੰ ਸੁਣਾ ਰਹੇ ਨੇ। ਹਾਂ, ਧੰਦਾ ਪਿਟਿਓ ਭਾਈਓ, ਹੈ ਭਰਾਵੋ ਤੁਸੀਂ ਝੂਠਾ ਪਿਟਦੇ ਹੋ। ਤੁਮ ਕੂੜ ਕਮਾਓ, ਤੁਸੀਂ ਤੇ ਕੂੜ ਦੀ ਕਮਾਈ ਕਰ ਰਹੇ ਹੋ, ਭਾਵ ਵਿਅਰਥ ਆਪਣੀ ਐਨਰਜੀ ਵੇਸਟ ਕਰ ਰਹੇ ਹੋ। ਹੋਰ ਨਾ ਸੁਣੀ ਕਤ ਹੀ ਤੁਮ ਲੋਕ ਸੁਣਾਓ। ਜਿਹੜਾ ਮਰ ਗਿਆ ਉਹ ਤੇ ਸੁਣਨੇ, ਉਹਨੇ ਤਾਂ ਸੁਣਨਾ ਹੀ ਨਹੀਂ ਹੈ। ਤੁਸੀਂ ਤਾਂ ਲੋਕਾਂ ਨੂੰ ਸੁਣਾ ਰਹੇ ਹੋ ਰੋ ਰੋ ਕੇ। ਛੋਟਿਆਂ ਦੇ ਮੈਂ ਦੇਖਣਾ ਪਿੰਡਾਂ ਦੇ ਜਿਹੜੇ ਇੱਕ ਬੜੀ ਜਿਵੇਂ ਨੈਣ ਕੋਈ ਹੋਣੀ, ਉਹਨੂੰ ਵੈਨ ਪਾਉਣੇ ਆਉਂਦੇ ਸਨ। ਟ੍ਰੇਨ ਕਈ ਬੜੀਆਂ ਟ੍ਰੇਨ ਹੁੰਦੀਆਂ ਸਨ, ਉਹਨੂੰ ਨਾਲ ਲੈ ਕੇ ਆਇਆ ਕਰਦੇ ਸਨ। ਉਦੋਂ ਗੱਡੇ ਹੁੰਦੇ, ਟਰਾਲੀ ਕਿਸੇ ਵਿਰਲੇ ਟਾਵੇਂ ਕੋਲ ਸ਼ੁਰੂ ਨਹੀਂ ਸੀ, ਛੋਟਿਆਂ ਦੇ ਗੱਡਿਆਂ 'ਚ ਜਾ ਜਾਂਦੇ। ਚੰਗੀਆਂ ਭਲੀਆਂ ਰਾਹ 'ਚ ਹੱਸਦੀ ਆਉਣੀਆਂ ਹੈ। ਪਿੰਡ ਦੇ ਨੇੜੇ ਆ ਕੇ ਫਿਰ ਉਹਨਾਂ ਨੇ ਜਿਹੜਾ ਹੈ ਘੁੰਡ ਕੱਢ ਲੈਣੇ ਨੇ। ਘੁੰਡ ਗਿੱਠ ਘੁੰਡ ਕੱਢ ਕੇ ਫਿਰ ਜਿਸ ਘਰ 'ਚ ਕੋਈ ਮਰਿਆ ਹੁੰਦਾ ਸੀ ਉਹਦੇ ਬੂਹੇ ਅੱਗੇ ਆ ਕੇ ਖਲੋ ਜਾਣਾ। ਫਿਰ ਨੈਣ ਵੈਣ ਪਾਉਂਦੇ ਸੀ। ਫਿਰ ਮਗਰ ਸਾਰੀਆਂ ਜਨਾਨੀਆਂ ਬੋਲਦੀਆਂ ਸੀ। ਜਿਹਦਾ ਨਹੀਂ ਸੀ ਨਾ ਮਰਿਆ ਹੋਇਆ ਉਹ ਵੀ ਰੋ ਪੈਂਦਾ ਸੀ ਉਹਨਾਂ ਦੇ ਵੈਣ ਸੁਣ ਕੇ। ਇੰਨਾ ਜ਼ਬਰਦਸਤ ਵੈਣ ਪਾਉਂਦੇ ਸੀ। ਕਿੰਨੀ ਦੇਰ ਉਹਨਾਂ ਨੇ ਪੱਟਾਂ ਦਾ ਪਿੱਟੀ ਜਾਣਾ, ਕਦੇ ਛਾਤੀ ਪਿੱਟੀ ਜਾਣਾ, ਹੱਥ ਪਿੱਟੀ ਜਾਣਾ। ਹੌਲੀ ਹੌਲੀ ਲੋਕ ਪੜ੍ਹ ਲਿਖ ਗਏ, ਗਿਆਨ ਹੋ ਗਿਆ ਕਿ ਪਿੱਟਣ ਨਾਲ ਕੀ ਹੋਏਗਾ। ਜਾਨ ਵਾਲਾ ਚੜਿਆ ਗਿਆ, ਉਹਨੇ ਤੇਰਾ ਤੁਹਾਡਾ ਰੋਣਾ ਪਿੱਟਣਾ ਦੇਖਣਾ ਕੋਈ ਨਹੀਂ। ਉਹਨੇ ਕਿਆ ਪਿੱਟ ਪਟਾਊਗਾ। ਦੁੱਖ ਤਾਂ ਹੁੰਦਾ, ਕੋਈ ਵੀ ਨਜ਼ਦੀਕੀ ਸਵਰਗਵਾਸ ਹੁੰਦਾ, ਦੁੱਖ ਤਾਂ ਹੁੰਦਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਕਈਆਂ ਨੂੰ ਰੋਣਾ ਵੀ ਆਉਂਦਾ ਹੈ। ਮੇਰੇ ਵਰਗਾ ਕੋਈ ਨਲਾਇਕ ਜਿਹਨੂੰ ਨਹੀਂ ਰੋਣਾ ਹੁੰਦਾ ਗੱਲ ਵੱਖਰੀ ਹੈ, ਨਹੀਂ ਤਾਂ ਆਮ ਤੌਰ 'ਤੇ ਲੋਕ ਰੋਂਦੇ ਨੇ। ਛੋਟਾ ਹੁੰਦਾ ਸੀ ਮੈਂ, ਮਾਤਾ ਮਰ ਗਈ, ਮੈਂ ਬੈਠਾ, ਬਾਕੀ ਸਾਰੇ ਰੋ ਰਹੇ ਨੇ। 10ਵੀਂ 11ਵੀਂ ਸਾਲ ਜਦੋਂ ਮਦਰ ਦੀ ਡੈਥ ਹੋਈ ਹੈ। ਟੀਚਰ ਲੱਗਿਆ ਸੀ ਮੈਂ, ਫਾਦਰ ਦੀ ਡੈਥ ਹੋ ਗਈ ਹੈ। ਫਿਰ ਮੈਂ ਆਰਾਮ ਨਾਲ ਬੈਠਾ, ਬਾਕੀ ਰੋ ਰਹੇ ਨੇ। ਫਿਰ ਜਿਹੜਾ ਹੈ ਵੱਡੇ ਭਰਾ ਦੀ ਡੈਥ ਹੋ ਗਈ ਨਾ, ਮੈਨੂੰ ਕੋਈ ਰੋਣਾ ਨਹੀਂ ਆਇਆ। ਪਰ ਦੂਜੇ ਭਰਾ ਦੀ ਹੋ ਗਈ ਤਾਂ ਨਹੀਂ ਰੋਣਾ ਆਇਆ। ਭੈਣ ਦੀ ਡੈਥ ਹੋ ਗਈ ਤਾਂ ਨਹੀਂ ਰੋਣਾ ਆਇਆ। ਘਰ ਵਾਲੇ ਦੀ ਡੈਥ ਹੋ ਗਈ ਤਾਂ ਨਹੀਂ ਰੋਣਾ ਆਇਆ। ਆਇਆ ਹੀ ਨਹੀਂ ਮੈਨੂੰ ਰੋਣਾ। ਇਹ ਨਹੀਂ ਮੈਂ ਕਹਿੰਦਾ ਕਿ ਤੁਸੀਂ ਨਾ ਰੋਵੋ, ਕੁਝ ਸਮੇਂ ਲਈ ਰੋ ਲੈਣਾ ਚਾਹੀਦਾ। ਇਹ ਸਾਈਕੋਲੋਜੀਕਲੀ ਠੀਕ ਹੈ। ਜਿਹੜਾ ਨਹੀਂ ਬੰਦਾ ਰੋਂਦਾ ਉਹਦੇ ਨੂੰ ਕਈ ਵਾਰੀ ਮਾਨਸਿਕ ਰੋਗ ਲੱਗ ਸਕਦੇ ਹਨ, ਖਾਸ ਕਰਕੇ ਔਰਤਾਂ ਨੂੰ। ਔਰਤਾਂ ਨੂੰ ਕੁਝ ਸਮਾਂ ਜ਼ਰੂਰ ਰੋ ਲੈਣਾ ਚਾਹੀਦਾ ਹੈ ਔਰ ਰੋਣ ਦੇਣਾ ਚਾਹੀਦਾ ਹੈ।
ਹਾਂ, ਜਦੋਂ ਕਾਫੀ ਦੇਰ ਉਹ ਰੋ ਲੈਣ ਫਿਰ ਸਾਡਾ ਫਰਜ਼ ਬਣਦਾ ਸਿਆਣੇ ਦਾ ਕਿ ਉਹਨਾਂ ਨੂੰ ਚੁੱਪ ਕਰੋ, ਭਾਈ ਚੁੱਪ ਕਰੋ। ਰੱਬ ਦਾ ਭਾਣਾ ਹੈ, ਇਹਨੂੰ ਕੋਈ ਨਹੀਂ ਟਾਲ ਸਕਦਾ। ਸਹਿਨ ਕਰੋ ਇਸ ਨੂੰ, ਹੌਲੀ ਹੌਲੀ ਉਹਨੂੰ ਸਮਝਾਓ, ਤਾਂ ਜੋ ਬਹੁਤਾ ਰੋ ਰੋ ਕੇ ਵੀ ਅੱਖਾਂ 'ਚ ਅਥਰੂ ਨਾ ਮੁਕਾ ਲਵੇ। ਅੱਖਾਂ 'ਚ ਪਾਣੀ ਨਹੀਂ ਮੁੱਕਣਾ ਚਾਹੀਦਾ, ਨਹੀਂ ਬਿਮਾਰੀ ਲੱਗਦੀ ਅੱਖਾਂ ਨੂੰ। ਹਾਂਜੀ, ਖੈਰ ਕਹਿੰਦੇ ਉਹ ਨਾ ਸੁਣੀ ਕਤ ਹੀ ਤੁਮ ਲੋਕ ਸੁਣਾਵੋ। ਉਹ ਜਿਹੜਾ ਮਰ ਗਿਆ ਉਹਨੇ ਤਾਂ ਬਿਲਕੁਲ ਵੀ ਨਹੀਂ ਸੁਣਨਾ, ਤੁਸੀਂ ਤਾਂ ਲੋਕਾਂ ਨੂੰ ਸੁਣਾ ਰਹੇ ਹੋ ਰੋ ਰੋ ਕੇ। ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਸੁੱਤੇ ਤਾਂ ਪਾਵੇ ਤੇ ਇਹ ਨਹੀਂ ਕਿ ਜਿਵੇਂ ਅਸੀਂ ਰਾਤ ਨੂੰ ਸੌਂ ਗਏ, ਨਹੀਂ, ਅਗਿਆਨੀ, ਅਗਿਆਨਤਾ। ਜਿਹਨੇ ਤੁਹਾਨੂੰ ਅਗਿਆਨਤਾ ਦੀ ਨੀਂਦ ਵਿੱਚ ਸੁਲਾਇਆ ਹੋਇਆ ਨਾ, ਜਗਾਏਗਾ ਵੀ ਉਹੀ। ਸੁਲਾਇਆ ਸਾਨੂੰ ਕਿੰਨੇ ਹੈ? ਰੱਬ ਨੇ। ਜਗਾਏਗਾ ਕੌਣ? ਰੱਬ ਜਗਾਏਗਾ। ਇਸ ਜਗਾਏਗਾ ਵੀ ਉਹੀ। ਜੇ ਕਰ ਬੁੱਝੈ ਆਪਣਾ ਤਾਂ ਨੀਂਦ ਨਾ ਹੋਈ। ਜੇ ਗਿਆਨ ਹੋ ਜਾਏ ਕਿ ਮੇਰਾ ਅਸਲੀ ਘਰ ਕਿਹੜਾ ਹੈ, ਫਿਰ ਉਹ ਅਗਿਆਨਤਾ ਦੀ ਨੀਂਦ 'ਚ ਨਹੀਂ ਸਮਝੇਗਾ। ਹਮੇਸ਼ਾ ਸੁਚੇਤ ਰਹੇਗਾ ਕਿ ਮੇਰਾ ਘਰ ਰੱਬ ਦਾ ਘਰ ਹੈ, ਰੱਬ ਮੇਰਾ ਪਤੀ ਹੈ। ਅਤੇ ਜਿਹੜੀ ਔਰਤ ਹੈ ਉਹ ਪਤੀ ਦੇ ਕੋਲ ਹੀ ਸੋਹਣੀ ਲੱਗਦੀ ਹੈ। ਜਦੋਂ ਗਿਆਨ ਹੋ ਗਿਆ ਕਿ ਮੇਰਾ ਘਰ ਅਸਲ 'ਚ ਕਿਹੜਾ ਹੈ, ਪਤੀ ਦਾ, ਪਰਮਾਤਮਾ ਦਾ ਘਰ ਮੇਰਾ ਹੈ, ਅਤੇ ਮੈਂ ਪਰਮਾਤਮਾ ਦੇ ਘਰ ਪਹੁੰਚਣਾ ਹੈ, ਉਹਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰੀ ਕਈ ਜਨਮ ਲੱਗ ਜਾਂਦੇ ਹਨ। ਮਿਹਨਤ ਲਗਾਤਾਰ ਕਦੇ ਸਿਮਰਨ ਕਰਦੇ ਰਹਿਣਾ, ਇਹ ਹੈ ਜਾਗਣਾ। ਆਪਣੇ ਉਦੇਸ਼ ਪ੍ਰਤੀ ਹਮੇਸ਼ਾ ਸੁਚੇਤ ਰਹਿਣਾ ਕਿ ਧਰਮ ਦੇ ਤੌਰ 'ਤੇ ਮੇਰੀ ਜ਼ਿੰਦਗੀ ਦਾ ਕੀ ਉਦੇਸ਼ ਹੈ। ਉਹ ਹੈ ਪਰਮਾਤਮਾ ਦੀ ਪ੍ਰਾਪਤੀ, ਪਰਮਾਤਮਾ ਦੇ ਘਰ ਜਾਣਾ। ਗੁਰਬਾਣੀ ਅਨੁਸਾਰ ਪੁਰਖ ਇੱਕੋ ਹੀ ਹੈ, ਉਹ ਹੈ ਪਰਮਾਤਮਾ। ਬਾਕੀ ਸਾਰੀਆਂ ਨਾਰਾਂ ਹਨ। ਦੇਖਣ ਨੂੰ ਅਸੀਂ ਬੰਦੇ ਹਾਂ, ਪਰ ਅਸੀਂ ਔਰਤਾਂ ਹਾਂ। ਅਸੀਂ ਆਪਣੇ ਪ੍ਰਭੂ ਪਤੀ ਦੇ ਘਰ ਜਾਣਾ ਹੈ। ਜਦੋਂ ਗਿਆਨ ਹੋ ਗਿਆ ਕਿ ਮੇਰਾ ਅਸਲੀ ਘਰ ਪਰਮਾਤਮਾ ਦਾ ਘਰ ਹੈ ਅਤੇ ਮੈਂ ਉੱਥੋਂ ਜਾਣਾ ਹੈ, ਫਿਰ ਦੂਜਾ ਗਿਆਨ ਹੁੰਦਾ ਹੈ ਕਿ ਤੂੰ ਪਰਮਾਤਮਾ ਦੇ ਘਰ 'ਚੋਂ ਅਲੱਗ ਕਿਉਂ ਹੋਇਆ। ਅਸਲ 'ਚ ਅਸੀਂ ਛੁੱਟੜ ਹਾਂ। ਅਸੀਂ ਪਰਮਾਤਮਾ ਦੀ ਹੀ ਅੰਸ਼ ਸੀ, ਪਰ ਅਸੀਂ ਪਰਮਾਤਮਾ ਦਾ ਹੁਕਮ ਮੰਨਣਾ ਬੰਦ ਕਰ ਦਿੱਤਾ। ਪਰਮਾਤਮਾ ਨੇ ਸਾਨੂੰ ਆਪਣੇ ਘਰੋਂ ਕੱਢ ਦਿੱਤਾ ਹੈ। ਔਰਤ ਵਿਧਵਾ ਹੋ ਜੇ ਸਾਰ ਲੈਂਦੀ, ਠੀਕ ਹੈ ਬਈ, ਹੌਲੀ ਮਨ ਨੂੰ ਸਮਝਾ ਲੈਂਦੇ ਬਈ ਕੁਆਰੀ ਹੈ ਤਾਂ ਵੀ ਹੋਰ ਗੱਲ ਹੈ। ਪਰ ਜੇ ਛੁੱਟੜ ਹੈ, ਪਤੀ ਜਿਉਂਦਾ ਹੈ, ਆਪ ਵੀ ਉਹ ਜਿਉਂਦੀ ਹੈ, ਪਰ ਪਤੀ ਨੇ ਛੱਡ ਦਿੱਤਾ ਹੈ, ਤਾਂ ਉਦੋਂ ਉਹ ਜਿਹੜੀ ਸਥਿਤੀ ਹੈ ਬੜੀ ਜਿਹੜੀ ਹੈ ਅਜੀਬ ਹੁੰਦੀ ਹੈ। ਅਸੀਂ ਧਰਮ ਅਨੁਸਾਰ ਛੁੱਟੜ ਹਾਂ। ਪਰਮਾਤਮਾ ਨੇ ਸਾਨੂੰ ਆਪਣੇ ਘਰੋਂ ਕੱਢ ਦਿੱਤਾ ਹੈ ਵੀ ਜਾਂ ਦਫਾ ਹੋ ਜਾ, ਤੂੰ ਮੇਰੇ ਆਖੇ ਨਹੀਂ ਲੱਗਦੀ, ਮੈਂ ਨਹੀਂ ਤੈਨੂੰ ਰੱਖਦਾ। ਅੱਜ ਦੀ ਜਨਾਨੀ ਨਹੀਂ ਰੱਖਦਾ, ਨਾ ਰੱਖ, ਦਫਾ ਹੋ, ਮੈਂ ਹੋਰ ਵਿਆਹ ਕਰਾ ਲੂੰ। ਅਸੀਂ ਹੋਰ ਵੀ ਨਹੀਂ ਕਰਾਦੇ। ਖਸਮ ਤਾਂ ਹੈ ਹੀ ਇੱਕ, ਹੋਰ ਤਾਂ ਹੈ ਹੀ ਖਸਮ ਕੋਈ ਨਹੀਂ। ਜੇ ਤਾਂ ਅਸੀਂ ਕਿਸੇ ਹੋਰ ਨੂੰ ਖਸਮ ਧਾਰਨ ਕਰ ਸਕੀਏ, ਫਿਰ ਤਾਂ ਇੱਕ ਰੱਬ ਤੋਂ ਦਾਣੇ ਲੈਣੇ ਨੇ, ਹੋਰ ਗੱਲ ਨਹੀਂ। ਖਸਮ ਹੀ ਇੱਕ ਹੈ। ਜਦੋਂ ਵੀ ਜੋੜ ਮੇਲ ਹੋਣਾ ਉਹਦੇ ਨਾਲ ਹੀ ਹੋਣਾ। ਫਿਰ ਸਾਨੂੰ ਵਿਛੜ ਕੇ ਦੁੱਖ ਹੁੰਦਾ ਹੈ। ਵਿਛੋੜੇ 'ਚ ਹਮੇਸ਼ਾ ਦੁੱਖ ਹੁੰਦਾ ਹੈ, ਮੇਲ 'ਚ ਹਮੇਸ਼ਾ ਸੁੱਖ ਹੁੰਦਾ ਹੈ। ਅਸੀਂ ਕਿਉਂ ਦੁਖੀ ਹਾਂ, ਸਾਨੂੰ ਸਮਝ ਹੀ ਨਹੀਂ ਆ ਰਹੀ। ਬਈ ਧਨ ਦੌਲਤ ਵੀ ਹੈ, ਧੀ ਪੁੱਤਰ ਵੀ ਹਨ, ਕੋਠੀ ਕਾਰ ਸਭ ਕੁਛ ਹੈ, ਫਿਰ ਕਿਉਂ ਅਸੀਂ ਦੁਖੀ ਹਾਂ। ਨਾਨਕ ਦੁਖੀਆ ਸਭ ਸੰਸਾਰ, ਚਿੰਤਤ ਹੀ ਦੀਸੈ ਸਭ ਲੋਕ। ਧਰਮ ਕਹਿੰਦਾ ਤੁਸੀਂ ਦੁਖੀ ਹੋ। ਕਿਉਂ ਦੁਖੀ ਹੋ? ਤੁਸੀਂ ਛੁੱਟੜ ਹੋ। ਛੁੱਟੜ ਔਰਤ ਸੁਖੀ ਨਹੀਂ ਹੋ ਸਕਦੀ। ਹੁਣ ਕੀਤਾ ਕੀ ਜਾਏ।
ਹੋਰ ਕੋਈ ਚਾਰਾ ਨਹੀਂ ਹੈ। ਧਰਮ ਕਹਿੰਦਾ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿਓ। ਇਹ ਬਾਣੀ ਹੈਗੀ ਪਰਮਾਤਮਾ ਦੀ, ਇਹ ਰੱਬੀ ਬਾਣੀ ਹੈ। ਇਹਦੇ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਮੈਂ ਤੁਹਾਨੂੰ ਘਰੋਂ ਕਿਉਂ ਕੱਢਿਆ ਹੈ, ਤੁਸੀਂ ਮੇਰੀ ਗੱਲ ਨਹੀਂ ਮੰਨਦੇ। ਹੁਣ ਅਸੀਂ ਉਹਦੀ ਗੱਲ ਮੰਨਣੀ ਹੈ। ਪਰਮਾਤਮਾ ਜਾਂ ਗੁਰੂ ਦੇ ਆਖੇ ਲੱਗਣਾ ਇੱਕੋ ਹੀ ਗੱਲ ਹੁੰਦਾ। ਗੁਰ ਪਰਮੇਸ਼ਰ ਇੱਕ ਹੋ ਜਾਣਾ। ਗੁਰੂ ਦੇ ਆਖੇ ਲੱਗਣਾ, ਪਰਮਾਤਮਾ ਦੇ ਆਖੇ ਲੱਗਣਾ ਹੈ। ਪਹਿਲੀ ਗੱਲ ਗੁਰੂ ਜਾਂ ਪਰਮਾਤਮਾ ਇਹ ਕਹਿੰਦਾ ਭਾਈ 10 ਨੂੰਹਾਂ ਦੀ ਕਿਰਤ ਕਰੋ। ਹਰਾਮ ਦੀ ਕਮਾਈ ਵਾਲਾ ਕਦੇ ਵੀ ਪਰਮਾਤਮਾ ਨੂੰ ਨਾ ਗੁਰੂ ਨੂੰ ਮਿਲ ਸਕਦਾ, ਨਾ ਪਰਮਾਤਮਾ ਨੂੰ ਮਿਲ ਸਕਦਾ। ਹਰਾਮ ਦੀ ਕਮਾਈ ਵਾਲਾ, ਹਰਾਮ ਦੀ ਕਮਾਈ ਵਾਲੇ ਦੇ ਘਰੋਂ ਤਾਂ ਗੁਰੂ ਮਹਾਰਾਜ ਨੇ ਖਾਧਾ ਹੀ ਨਹੀਂ ਸੀ। ਮੇਲ ਤਾਂ ਕੀ ਹੋਣਾ, ਖਾਧਾ ਹੀ ਨਹੀਂ ਸੀ। ਇਸ ਲਈ 10 ਨੂੰਹਾਂ ਦੀ ਕਿਰਤ ਕਰਨੀ ਪਏਗੀ। ਨੰਬਰ 2, ਕੋਈ ਨਸ਼ਾ ਨਹੀਂ ਕਰਨਾ। ਸਰਕਾਰ ਸ਼ਰਾਬ ਨੂੰ ਨਸ਼ਾ ਨਹੀਂ ਗਿਣਦੀ, ਪਰ ਗੁਰਬਾਣੀ 'ਚ ਇਹ ਮਦ ਹੈ, ਇਹ ਨਸ਼ਾ ਹੈ, ਇਸ ਨੂੰ ਨਹੀਂ ਕਰਨਾ। ਕੋਈ ਨਸ਼ਾ ਨਹੀਂ ਕਰਨਾ। ਤੀਸਰਾ ਹੈ ਆਪਣਾ ਚਾਲ ਚੱਲਣ ਉੱਚਾ ਰੱਖਣਾ ਹੈ। ਚੌਥਾ ਕੌੜਾ ਨਹੀਂ ਬੋਲਣਾ, ਮੂੰਹਾਂ ਗਾਲਾਂ ਨਹੀਂ ਕੱਢਣੀਆਂ। ਕਿੰਨਾ ਵੀ ਗੁੱਸਾ ਚੜਿਆ ਹੋਵੇ, ਮੂੰਹ 'ਚੋਂ ਗਾਲ ਨਹੀਂ ਨਿਕਲਣੀ ਚਾਹੀਦੀ। ਭਜਨ ਬੰਦਗੀ ਵਾਲਾ ਜੇ ਗਾਲਾਂ ਕੱਢਦੇ ਤਾਂ ਭਜਨ ਬੰਦਗੀ ਖਤਮ ਹੋ ਜਾਂਦੀ ਹੈ। ਬੜਾ ਸਿਆਪਾ ਹੈ। ਪਤਾ ਲੱਗਦਾ ਮੇਰੀ ਤਰੱਕੀ ਕਿਉਂ ਨਹੀਂ ਹੋ ਰਹੀ। ਅਸੀਂ ਕੌੜਾ ਬੋਲਦੇ ਹਾਂ, ਅਬਾ ਤਬਾ ਬੋਲਦੇ ਹਾਂ, ਗਾਲਾਂ ਕੱਢਦੇ ਹਾਂ। ਪਰਮਾਤਮਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ। ਜਦੋਂ ਪਰਮਾਤਮਾ ਕੌੜਾ ਬੋਲਦੇ ਹੀ ਨਹੀਂ ਤਾਂ ਉਹਨੂੰ ਕੌੜਾ ਬੋਲਣ ਵਾਲਾ ਚੰਗਾ ਹੀ ਨਹੀਂ ਲੱਗਦਾ ਹੈ। ਅਤੇ ਜੇ ਅਸੀਂ ਉਹਨੂੰ ਚੰਗੀ ਨਾ ਲੱਗੇ ਤਾਂ ਉਹਨੂੰ ਮਿਲਾਂਗੇ ਉਹਦੇ ਨਾਲ ਕਿਵੇਂ। ਚੌਥਾ ਗੁਣ ਇਹ ਚਾਹੀਦਾ ਹੈ ਮਿੱਠਾ ਬੋਲਣਾ। ਪੰਜਵਾਂ ਗੁਣ ਹੈ ਵੀ ਕਿਸੇ ਨੂੰ ਧਰਮ, ਜਾਤ, ਦੇਸ਼, ਕੌਮ ਦੇ ਆਧਾਰ 'ਤੇ ਨਫ਼ਰਤ ਨਹੀਂ ਕਰਨੀ। ਗੁਣਾਂ ਔਗਣਾਂ ਦੇ ਆਧਾਰ 'ਤੇ ਉਸ ਨਾਲ ਵਰਤਣਾ ਹੈ, ਕਿਸੇ ਇਸ ਤਰ੍ਹਾਂ ਨਹੀਂ ਕਰਨੀ। ਅਗਲਾ ਗੁਣ ਹੈ ਸੇਵਾ, ਉਦੋਂ ਅਗਲਾ ਗੁਣ ਹੈ ਸਿਮਰਨ। ਨੰਬਰ 1 10 ਨੂੰਹਾਂ ਦੀ ਕਿਰਤ ਕਰਨੀ ਹੈ। ਨਸ਼ਿਆਂ ਤੋਂ ਬਚ ਕੇ ਰਹਿਣਾ ਹੈ। ਬਗਾਨੀ ਔਰਤ ਦਾ ਸੰਗ ਨਹੀਂ ਕਰਨਾ, ਭਾਵ ਸਰੀਰਕ ਸੰਬੰਧ ਕਾਇਮ ਨਹੀਂ ਕਰਨਾ। ਚੌਥਾ ਹੈ ਕੌੜਾ ਨਹੀਂ ਬੋਲਣਾ। ਪੰਜਵਾਂ ਹੈ ਕਿਸੇ ਨੂੰ ਧਰਮ, ਜਾਤ ਦੇ ਆਧਾਰ 'ਤੇ ਨਫ਼ਰਤ ਨਹੀਂ ਕਰਨੀ। ਛੇਵਾਂ ਹੈ ਲੋੜਵੰਦਾਂ ਦੀ ਸੇਵਾ ਕਰਨੀ। ਅਤੇ ਸੱਤਵਾਂ ਹੈ ਨਾਮ ਜਪਣਾ। ਇਹ 7 ਗੁਣ ਚਾਹੀਦੇ ਨੇ। 7 ਗੁਣ ਜਦੋਂ ਹੋ ਜਾਣ ਫਿਰ ਖਤਰਾ ਕੀ ਹੁੰਦਾ? ਅੰਦਰ ਹਉਮੈ ਪੈਦਾ ਹੋਣ ਦਾ ਖਤਰਾ ਹੈ। ਬਈ ਜਿਹੜੇ ਗੁਰਬਾਣੀ ਨੇ ਗੁਣ ਕਹਿਣੇ ਉਹ ਮੇਰੇ 'ਚ ਹੈਗੇ, ਬਸ ਇੱਥੇ ਹੀ ਪਊਂ ਸਿਆਪਾ। ਹਉਮੈ ਨਹੀਂ ਕਿਸੇ ਪ੍ਰਕਾਰ ਦੀ ਕਰਨੀ, ਨਾ ਧਨ ਦੌਲਤ ਦੀ, ਨਾ ਸਰੀਰ ਦੀ, ਨਾ ਸੁੰਦਰਤਾ ਦੀ, ਨਾ ਵਿਦਵਤਾ ਦੀ। ਕਿਸੇ ਪ੍ਰਕਾਰ ਦੀ ਹਉਮੈ ਨਹੀਂ ਕਰਨੀ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਂ। ਹਉਮੈ ਦਾ ਅਤੇ ਪਰਮਾਤਮਾ ਦਾ ਆਪਸੀ ਵਿਰੋਧ ਹੈ। ਜਿੱਥੇ ਹਉਮੈ ਹੋਏਗੀ ਉੱਥੇ ਪਰਮਾਤਮਾ ਨਹੀਂ ਹੁੰਦਾ। ਇਸ ਕਰਕੇ ਕੋਈ ਵੀ ਚੀਜ਼ ਪ੍ਰਾਪਤ ਹੋਏ, ਅਸੀਂ ਕਿੰਨੇ ਵੀ ਅਮੀਰ ਕਿਉਂ ਨਾ ਹੋ ਜਾਈਏ, ਸਭ ਕੁਛ ਕਿਉਂ ਨਾ ਕੋਲ ਹੋਵੇ, ਹਉਮੈ ਨਹੀਂ ਕਰਨੀ। ਪਰਮਾਤਮਾ ਦੀ ਦਾਤ ਸਮਝਣੀ, ਦੀ ਬਖਸ਼ਿਸ਼ ਸਮਝਣੀ ਹੈ। ਇਹ ਜਦੋਂ ਗੁਣ ਅਸੀਂ ਧਾਰਨ ਕਰ ਲਾਂਗੇ, ਫਿਰ ਕਿਸੇ ਸਮੇਂ ਵੀ ਸਾਨੂੰ ਪਰਮਾਤਮਾ ਮਿਲ ਸਕਦਾ ਹੈ। ਇਹ ਜ਼ਰੂਰੀ ਹੈ। ਔਗਣ ਛੋੜੋ ਗੁਣ ਰਵੋ। ਔਗਣ ਛੱਡਣੇ ਪੈਣਗੇ, ਗੁਣ ਗ੍ਰਹਿਣ ਕਰਨੇ ਪੈਣਗੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜੇ ਚਲਦਾ ਲੈ ਚੱਲਿਆ ਕਿਛ ਸੰਪੈ ਨਾਲੇ। ਜਿਹੜਾ ਇੱਥੋਂ ਮਰ ਕੇ ਜਾ ਰਿਹਾ ਸੰਪੈ ਦਾ ਧਨ ਸੰਪਤੀ, ਜੇ ਤਾਂ ਉਹਦੇ ਨਾਲ ਉਹ ਕੁਝ ਨਾਲ ਧਨ ਦੌਲਤ ਲੈ ਕੇ ਚੱਲਿਆ ਹੈ, ਫਿਰ ਤਾਂ ਧਨ ਸੰਚੋ ਦੇਖ ਕੇ ਬੁੱਝੋ ਵਿਚਾਰੇ। ਫਿਰ ਤਾਂ ਧਨ ਇਕੱਠਾ ਕਰੀ ਜਾਵੇ, ਉਹ ਵੀ ਲੈ ਗਿਆ ਮੈਂ ਵੀ ਲੈ ਜਾਂਗਾ। ਜਦੋਂ ਕੁਛ ਨਾਲ ਲਿਜਾ ਹੀ ਨਹੀਂ ਸਕਿਆ ਅਤੇ ਫਿਰ ਬਹੁਤਾ ਕੁਛ ਇਕੱਠਾ ਕਰਨ ਦੀ ਕੀ ਲੋੜ ਹੈ?
ਗੱਲ ਤੇ ਜੇ ਤਾਂ ਉਹ ਲੈ ਗਿਆ ਹੈ ਫਿਰ ਤਾਂ ਆਪਾਂ ਵੀ ਲਿਜਾ ਸਕਦੇ ਹਾਂ। ਅਤੇ ਇੱਥੋਂ ਦੇ ਸੂਖਸ਼ਮ ਸਰੀਰ ਤੋਂ ਬਣੇ ਤੇ ਕੋਈ ਜਾਂਦਾ ਹੀ ਨਹੀਂ ਹੈਗਾ। ਆ ਜਿਹੜਾ ਸਰੀਰ ਹੈ 100 ਪੀ ਸੰਗ ਨਾ ਹੋਇਆ, ਇਹ ਵੀ ਨਾਲ ਨਹੀਂ ਜਾਂਦਾ, ਇੱਥੇ ਹੀ ਰਹਿ ਜਾਂਦਾ। ਇਹ 'ਚ ਸੂਖਸ਼ਮ ਸਰੀਰ ਨਿਕਲ ਕੇ ਜਾਂਦਾ ਹੈ, ਉਹਦੇ ਵਿੱਚ ਮਨ ਅਤੇ ਆਤਮਾ ਹੁੰਦੀ ਹੈ। ਸਾਰੀਆਂ ਰੂਹਾਂ ਜਦੋਂ ਆਉਂਦੀਆਂ ਹਨ ਸੂਖਸ਼ਮ ਸਰੀਰ ਵਿੱਚ ਆਉਂਦੀਆਂ ਹਨ। ਪਤਾ ਲੱਗਦਾ ਕੌਣ ਆਇਆ ਹੈ, ਕਿਉਂਕਿ ਆਪਾਂ ਤਸਵੀਰਾਂ ਵੇਖੀਆਂ ਹੋਈਆਂ ਹਨ। ਹੋ ਸਕਦਾ ਮੁਸਲਮਾਨ ਵੀਰਾਂ ਨੂੰ ਬੜੀ ਦਿੱਕਤ ਆਉਂਦੀ ਹੋਵੇ, ਕਿਉਂਕਿ ਉਹ ਕਿਸੇ ਦੀ ਤਸਵੀਰ ਨਹੀਂ ਬਣਨ ਦਿੰਦੇ। ਮੁਹੰਮਦ ਸਾਹਿਬ ਮਿਲਣ ਆ ਗਏ ਹਨ, ਦਿਵ ਦ੍ਰਿਸ਼ਟੀ ਖੁੱਲ੍ਹੀ ਹੈ, ਇਹ ਪਤਾ ਹੀ ਨਹੀਂ ਲੱਗਣਾ ਕੌਣ ਮੇਰੇ ਸਾਹਮਣੇ ਖੜ੍ਹਾ ਹੈ, ਕਿਹੜਾ ਪੀਰ ਫਕੀਰ ਖੜ੍ਹਾ ਹੈ। ਤਸਵੀਰਾਂ ਸਾਡੀ ਬੜੀ ਸਹਾਇਤਾ ਕਰਦੀਆਂ ਨੇ। ਤਸਵੀਰਾਂ ਨੂੰ ਅਸੀਂ ਪੂਜਣਾ ਨਹੀਂ ਹੈ, ਤਸਵੀਰਾਂ ਤੋਂ ਸਾਨੂੰ ਪਤਾ ਲੱਗਦਾ ਹੈ। ਭਾਵੇਂ ਜੋ ਤਸਵੀਰ ਹੈ 100% ਗੁਰੂ ਮਹਾਰਾਜ ਭਗਤ ਜਾਂ ਉਸ ਪ੍ਰਕਾਰ ਦੇ ਨਹੀਂ ਹੁੰਦੇ, ਪਰ 90% ਹੁੰਦੇ ਨੇ, ਇਸ ਲਈ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਕਿਹੜੇ ਗੁਰੂ ਮਹਾਰਾਜ ਆਏ ਨੇ, ਕਿਹੜਾ ਭਗਤ ਆਇਆ। ਜੇ ਆਪਾਂ ਤਸਵੀਰ ਹੀ ਨਹੀਂ ਵੇਖੀ ਅਤੇ 4-5 ਗੁਰੂ ਆ ਜਾਣ, ਅਤੇ ਆਪਾਂ ਨੂੰ ਕੀ ਪਤਾ ਕੌਣ ਨੇ ਕੌਣ ਨਹੀਂ ਹੈਗੇ। ਆਪਾਂ ਨੂੰ ਤਾਂ ਇਹੀ ਨਹੀਂ ਪਤਾ ਲੱਗਣਾ ਵੀ ਗੁਰੂ ਆਏ ਨੇ ਕੌਣ ਆਏ। ਤਸਵੀਰ ਮਦਦ ਕਰਦੀ ਹੈ, ਇਸ ਕੋਈ ਸ਼ੱਕ ਨਹੀਂ ਹੈ। ਕਿ ਮੈਨੂੰ ਯਾਦ ਕਈ ਸਾਲ ਪਹਿਲਾਂ ਗੁਰਮੁਖ ਟਿਵਾਣਾ ਦੇ ਘਰ, ਜਿਹੜਾ ਮੈਨੂੰ ਸੰਤਾਂ ਕੋਲ ਪਹਿਲੀ ਵਾਰ ਲੈ ਕੇ ਗਿਆ ਸੀ, ਇੱਥੇ ਮੈਂ ਤਾਂ ਪੜ੍ਹ ਸਕਦਾ ਸੀ, ਘਰ ਅਖੰਡ ਪੜ੍ਹ ਸੀ। ਮੇਰੇ ਨਾਲ ਜਿਹੜਾ ਹੈ ਆਜ਼ਾਦ ਸਿੰਘ ਦਾ ਲੜਕਾ ਕਾਕਾ ਸਿਮਰਨ, ਜਿਹੜਾ ਅੱਜ ਕੱਲ੍ਹ ਕੈਨੇਡਾ ਰਹਿੰਦਾ ਹੈ, ਉਹ ਬੈਠਾ ਸੀ। ਉਹ ਮੈਨੂੰ ਕਹਿੰਦਾ ਵੀ ਬਾਬਾ ਜੀ ਮੁਹੰਮਦ ਸਾਹਿਬ ਦੇ ਦਰਸ਼ਨ ਕਰਨੇ ਵਿੱਚ, ਬਾਕੀ ਤਾਂ ਮੈਂ ਕਰ ਲਏ ਨੇ। ਮੈਂ ਭਾਈ ਉਹ ਬਹੁਤ ਵੱਡੀ ਰੂਹ ਹੈ, ਉਹਨੂੰ ਸੱਦਣਾ ਕੋਈ ਖਾਲਾ ਜੀ ਦਾ ਬਾੜਾ ਥੋੜ੍ਹਾ ਹੀ ਹੈ। ਕਹੇ ਤੁਸੀਂ ਬੇਨਤੀ ਤਾਂ ਕਰਕੇ ਦੇਖੋ, ਜੇ ਗੱਲ ਬਣ ਗਈ। ਮੈਂ ਮੁਹੰਮਦ ਸਾਹਿਬ ਦੇ ਜੀਵਨ ਬਾਰੇ ਪੜ੍ਹਿਆ ਹੋਇਆ ਸੀ, ਇਸ ਲਈ ਮੈਨੂੰ ਅੰਦਾਜ਼ਾ ਸੀ ਵੀ ਇਹੋ ਜਿਹੇ ਹੋਣਗੇ। ਮੈਂ ਅੱਖਾਂ ਬੰਦ, ਮੈਨੂੰ ਕਿਹਾ ਵੀ ਜਦੋਂ ਆ ਗਏ ਮੈਨੂੰ ਦੱਸ ਇਸ਼ਾਰਾ ਕਰਦੇ ਹਾਂ। ਮੈਂ ਅੱਖਾਂ ਬੰਦ ਕੇ ਬੇਨਤੀ ਕਰਦਾ, ਮੈਂ ਅੱਖਾਂ ਬੰਦ ਕਰਕੇ ਬੇਨਤੀ ਕੀਤੀ, ਆ ਗਏ ਜੀ। ਕੋਈ 50 ਕੁ ਸਾਲ ਦੀ ਉਮਰ ਉਸ ਵੇਲੇ ਦਿਸ ਰਹੀ ਸੀ। ਅੱਧੀ ਕੁ ਦਾੜੀ ਚਿੱਟੀ ਸੀ, ਅੱਧੀ ਕਾਲੀ ਸੀ, ਜਿਹਨੂੰ ਕਰੜ ਬੜੀ ਦਾੜੀ ਕਹਿੰਦੇ। ਸਿਰ 'ਤੇ ਕੁਲਾ ਸੀ, ਜੇ ਮੁਸਲਮਾਨ ਟੋਪੀ ਲੈਂਦੇ ਨੇ। ਇੱਕ ਤਾਂ ਮੈਨੂੰ ਇੱਥੋਂ ਪਹਿਚਾਣ ਆਈ, ਦੂਜਾ ਆਲੇ ਦੁਆਲੇ ਚਿੱਟੀ ਚਾਦਰ ਵਲੀ ਹੋਈ ਸੀ, ਹਰੀ ਚਾਦਰ ਵਲੀ ਹੋਈ ਸੀ। ਇਹ ਮੁਸਲਮਾਨ ਜਿਹੜੇ ਜਿੰਨੇ ਪੀਰ ਫਕੀਰ ਹੋਏ ਨੇ ਸਾਰੇ ਦੇ ਹਰੀ ਚਾਦਰ ਚੜ੍ਹਾਉਂਦੇ ਨੇ ਜਾ ਕੇ। ਫਿਰ ਮੈਂ ਅੰਦਾਜ਼ਾ ਲਿਆ ਵੀ ਹਾਂ ਆਹ ਮੁਹੰਮਦ ਸਾਹਿਬ ਨੇ। ਚਲੋ ਉਹ ਦਰਸ਼ਨ ਦੇ ਕੇ ਅਲੋਪ ਹੋ ਗਏ। ਮੈਂ ਮਨ 'ਚ ਸੋਚਿਆ ਵੀ ਜਾਣ ਸੇ ਜੇ ਤੂੰ ਆਰਟਿਸਟ ਹੁੰਦਾ ਤਾਂ ਤਸਵੀਰ ਬਣਾ ਲੈਣੀ ਸੀ, ਆਪਣੇ ਘਰ ਹੀ ਲਾ ਲੈਂਦਾ। ਮੁਸਲਮਾਨ ਨਾ ਆਪਾਂ ਨਾ ਮਾਰਕੀਟ 'ਚ ਵੇਚਦੇ, ਆਪਣੇ ਕਿਲਾ ਨਾਲ ਨਾਰਾਜ਼ ਕਰਕੇ ਮੈਂ ਆਪਣੇ ਘਰ 'ਤੇ ਲਾ ਲੈਂਦਾ ਵੀ ਇਹੋ ਜਿਹੇ ਮੁਹੰਮਦ ਸਾਹਿਬ ਨੇ। ਬਾਕੀ ਤਸਵੀਰਾਂ ਤਾਂ ਆਪਾਂ ਸਾਰਿਆਂ ਦੀ ਵੇਖੀਆਂ, ਕ੍ਰਿਸ਼ਨ ਮਹਾਰਾਜ, ਰਾਮਚੰਦਰ ਦੀ, ਮਹਾਤਮਾ ਬੁੱਧ, ਜੈਨ ਧਰਮ ਵਾਲਿਆਂ ਦੇ ਸਭ ਦੀਆਂ ਵੇਖੀਆਂ ਹੋਈਆਂ ਤਸਵੀਰਾਂ। ਨਹੀਂ ਤਸਵੀਰ ਵੇਖੀ ਤਾਂ ਕੋਈ ਮੁਹੰਮਦ ਸਾਹਿਬ ਦੀ ਨਹੀਂ ਵੇਖੀ ਹੈ। ਸੋ ਮੇਰੇ ਕਹਿਣ ਦਾ ਭਾਵ, ਜੇ ਮੈਂ ਉਹਨਾਂ ਬਾਰੇ ਪੜ੍ਹਿਆ ਹੀ ਨਾ ਹੁੰਦਾ, ਮੁਸਲਮਾਨਾਂ ਬਾਰੇ ਮੈਨੂੰ ਗਿਆਨ ਹੀ ਨਾ ਹੁੰਦਾ, ਮੈਨੂੰ ਕੀ ਪਤਾ ਲੱਗਣਾ ਸੀ ਇਹ ਹਰੀ ਚਾਦਰ ਵਾਲਾ ਕੌਣ ਹੈ ਅਤੇ ਕੁੱਲੇ ਵਾਲਾ ਕੌਣ ਹੈ। ਇਹ ਦੋ ਚੀਜ਼ਾਂ ਤੋਂ ਉਹਨਾਂ ਦਾ ਪਤਾ ਲੱਗਾ। ਸੋ ਇਹ ਜਿਹੜੀ ਤਸਵੀਰਾਂ ਨੇ ਇਹ ਵੀ ਸਾਡੀ ਸਹਾਇਤਾ ਕਰਦੀਆਂ ਹਨ। ਠੀਕ ਹੈ, ਸਤਿਕਾਰ ਕਰਨਾ, ਗੁਰੂ ਵਾਲੀ ਤਸਵੀਰ ਲੱਗੀ ਹੋਈ, ਸਤਿਕਾਰ ਕਰਨਾ। ਸਾਨੂੰ ਉਂਝ ਤਸਵੀਰਾਂ ਪੂਜਣ ਦੀ ਨਹੀਂ ਹੁਕਮ ਹੈ ਵੀ ਤੁਸੀਂ ਤਸਵੀਰਾਂ ਨੂੰ ਪੂਜੋ। ਪੂਜਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੈ, ਪਰਮਾਤਮਾ ਨੂੰ ਹੈ। ਸੋ ਗੁਰੂ ਮਹਾਰਾਜ ਸਮਝਾ ਰਹੇ, ਤਾਂ ਤਨ ਸੰਚੋ ਦੇਖ ਕੇ ਬੂਝੋ ਵਿਚਾਰੇ। ਵਿਚਾਰ ਕਰਕੇ ਵੇਖੋ ਬਈ ਜਦੋਂ ਪਹਿਲਾ ਜਿਹੜਾ ਗਿਆ ਹੈ ਉਹ ਨਾਲ ਕੁਛ ਲੈ ਕੇ ਹੀ ਨਹੀਂ ਗਿਆ, ਅਤੇ ਇਹਦਾ ਮਤਲਬ ਮੈਂ ਵੀ ਨਹੀਂ ਲੈ ਕੇ ਜਾਣਾ। ਅਤੇ ਜੇ ਮੈਂ ਵੀ ਨਹੀਂ ਲੈ ਕੇ ਜਾਣਾ ਅਤੇ ਫਿਰ ਲੋੜ ਤੋਂ ਵੱਧ ਬੇਅੰਤ ਧਨ ਇਕੱਠਾ ਕਰ ਲੈਣਾ ਹੈ, ਉਹ ਵੀ ਠੀਕ ਨਹੀਂ ਹੈ। ਸਿਆਣੇ ਕਹਿੰਦੇ ਨੇ ਜੇ ਤੁਹਾਡੇ ਪੁੱਤਰ ਚੰਗੇ ਨੇ, ਲਾਇਕ ਨੇ, ਕੁਝ ਵੀ ਉਹਨਾਂ ਲਈ ਜੋੜਨ ਦੀ ਲੋੜ ਨਹੀਂ, ਉਹ ਆਪੇ ਕਮਾ ਕੇ ਬਣਾ ਲੈਣਗੇ। ਜੇ ਉਹ ਨਲਾਇਕ ਨੇ
ਤਾਂ ਜਿੰਨਾ ਮਰਜ਼ੀ ਜੋੜ ਲਓ ਉਹਨਾਂ ਤੁਹਾਡਾ ਉਜਾੜ ਦੇਣਾ ਹੈ। ਤੁਸੀਂ ਲਾਇਕ ਪੁੱਤਰ ਸੀ, ਸੁਣੋ, ਬਹੁਤਾ ਤੁਹਾਡੇ ਜੋ ਕਿਸੇ ਦਾ ਬਾਪ ਕੋਈ ਬਹੁਤਾ ਧਨ ਨਹੀਂ ਛੱਡ ਕੇ ਗਿਆ ਹੁਣ। ਤੁਸੀਂ ਲਾਇਕ ਸੀ, ਪੜ੍ਹ ਗਏ, ਆਪਣੇ ਨੌਕਰੀਆਂ 'ਤੇ ਲੱਗ ਗਏ, ਆਪਣੀ ਕਮਾਈ ਕਰਕੇ ਆਪਣੇ ਘਰ ਪਾਲੇ, ਕੋਠੀਆਂ ਪਾਲੀਆਂ, ਕਾਰਾਂ ਖਰੀਦੀਆਂ, ਸਭ ਕੁਛ ਕਰ ਲਿਆ। ਜੇ ਹੁੰਦੇ ਨਲਾਇਕ, ਪਹਿਲਾਂ ਤਾਂ ਇੱਥੇ ਆਉਣਾ ਹੀ ਕਿਸੇ ਨਹੀਂ ਸੀ, ਨਸ਼ਈ ਹੋ ਜਾਣਾ ਸੀ, ਅਵਾਰਾ ਕਦੇ ਲੜਾਈ ਝਗੜੇ ਕਰਨ ਵਾਲਾ ਜੇ ਕੁਛ ਵੀ। ਇੱਕ ਸ਼ੂਟਰ ਮਾਰਿਆ ਗਿਆ, ਉਹਦੇ ਬਾਪ ਨੂੰ ਪੁੱਛਿਆ, ਕਹਿੰਦੇ ਨੇ ਮਰਨਾ ਹੀ ਸੀ, ਮੈਨੂੰ ਕੋਈ ਅਫਸੋਸ ਨਹੀਂ ਹੈ, ਉਹ ਹੈ ਹੀ ਇਹੋ ਜਿਹਾ ਸੀ, ਚਲੋ ਮਰ ਗਿਆ। ਇਸ ਕਰਕੇ ਕਹਿੰਦੇ ਜਦੋਂ ਨਾਲ ਹੀ ਕੁਛ ਨਹੀਂ ਲੈ ਕੇ ਜਾਣਾ, ਫਿਰ ਕਾਹਦਾ ਇੰਨਾ ਇਕੱਠਿਆ ਕਰੀ ਜਾਣਾ ਹੈ। ਵਣਜ ਕਰੋ ਮਕਸੂਦ ਲੈਹੋ, ਮਤ ਪਛੋਤਾਵੋ। ਮਕਸੂਦ ਜਿਹਨੂੰ ਕਹਿੰਦੇ ਮਕਸਦ, ਜੀਵਨ ਦਾ ਉਦੇਸ਼, ਵਪਾਰ ਕਰਨਾ ਹੈ ਕਾਹਦਾ? ਨਾਮ ਦਾ, ਤਾਂ ਜੋ ਸਾਡੇ ਜੀਵਨ ਦਾ ਉਦੇਸ਼ ਜਿਹੜਾ ਹੈ, ਮਕਸਦ ਜਿਹੜਾ ਹੈ, ਉਹ ਪ੍ਰਾਪਤ ਹੋ ਜਾਏ। ਮਤ ਪਛੋਤਾਵੋ, ਤਾਂ ਜੋ ਸਾਨੂੰ ਮਗਰੋਂ ਪਛਤਾਉਣਾ ਨਾ ਪਵੇ। ਸਾਡੇ ਜੀਵਨ ਦਾ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ, ਅਤੇ ਪਰਮਾਤਮਾ ਦੀ ਪ੍ਰਾਪਤੀ ਦੇ ਨਾਮ ਧਨ ਨਾਲ। ਇਸ ਲਈ ਅਸੀਂ ਵਣਜ ਕਾਹਦਾ ਕਰਨਾ? ਨਾਮ ਦਾ। ਮਕਸੂਦ ਫਾਰਸੀ ਦਾ ਸ਼ਬਦ, ਜਿਸ ਦਾ ਆਮ ਸ਼ਬਦਾਂ ਬਣੇ ਮਕਸਦ, ਵੀ ਤੇਰਾ ਕੀ ਮਕਸਦ ਹੈ, ਉਹਦੇ ਕੀ ਉਦੇਸ਼ ਹੈ। ਹਾਂ, ਕਿਉਂਕਿ ਇੱਥੇ ਮਕਸੂਦ ਦੱਦੇ ਨੂੰ ਔਂਕੜ ਪਾ ਕੇ ਇੱਕ ਵਚਨ ਬਣਾ ਦਿੱਤਾ ਗਿਆ ਹੈ। ਔਗਣ ਛੋੜੋ, ਹੁਣ ਢੰਗ ਦੱਸਿਆ ਵੀ ਵਣਜ ਜੇ ਕਰਨਾ ਤਾਂ ਕੀ ਕਰਨਾ ਪਏਗਾ ਤੁਹਾਨੂੰ। ਔਗਣ ਛੋੜੋ, ਪਹਿਲਾਂ ਤਾਂ ਔਗਣ ਛੱਡਣੇ ਪੈਣਗੇ। ਗੁਣ ਕਰੋ, ਆਪਣੇ ਦੇ ਅੰਦਰ ਗੁਣ ਧਾਰਨ ਕਰਨੇ ਪੈਣਗੇ। ਐਸੇ ਤਤ ਪ੍ਰਾਵੋ, ਪ੍ਰਾਵੋ ਹੁੰਦਾ ਪ੍ਰਾਪਤ ਕਰਨਾ, ਤਤ ਬਣੇ ਪਰਮਾਤਮਾ। ਇਸ ਤਰ੍ਹਾਂ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਲਵੋਗੇ। ਔਗਣਿਆਰਾ ਕਦੇ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਪਰਮਾਤਮਾ ਨੂੰ ਮਿਲਣ ਲਈ ਜ਼ਰੂਰੀ ਹੈ ਕਿ ਸਾਡਾ ਸੁਭਾਅ ਪਰਮਾਤਮਾ ਵਰਗਾ ਹੋਵੇ। ਉਹਦੇ ਵਰਗਾ ਸੁਭਾਅ ਤਾਂ ਹੀ ਹੋ ਸਕਦਾ ਜੈਸਾ ਸੇਵੈ ਤੈਸੋ ਹੋਵੇ। ਵਾਹਿਗੁਰੂ 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 ਕਰਦੇ ਰਹਿਣਾ, ਉੱਠਦੇ ਬੈਠਦੇ ਤੁਰਦੇ ਫਿਰਦੇ। ਇਸ ਸ਼ਬਦ ਦੇ ਵਿੱਚ ਇਤਨੀ ਤਾਕਤ ਹੈ ਕਿ ਇਸ ਨੇ ਸਾਡੇ ਅੰਦਰ ਵਾਹਿਗੁਰੂ ਵਾਲੇ ਗੁਣ ਭਰ ਦੇਣੇ ਨੇ। ਜਦੋਂ ਵਾਹਿਗੁਰੂ ਵਾਲੇ ਸਾਡੇ 'ਚ ਗੁਣ ਪੈਦਾ ਹੋ ਗਏ, ਸਾਡੀ ਉਹਦੇ ਨਾਲ ਬਣ ਜਾਣੀ ਹੈ, ਅਤੇ ਅਸੀਂ ਫਿਰ ਉਹਦੇ ਘਰ ਚਲੇ ਜਾਵਾਂਗੇ। ਅਣਬਾਣੀ ਸਾਡੀ ਇਸੇ ਲਈ ਹੈ, ਉਹ ਗੁਣਵਾਨ ਹੈ, ਅਸੀਂ ਔਗਣੇ ਆ ਰਹੇ ਹਾਂ। ਉਹ ਕਦੇ ਭੱਜਾ ਮਿੰਟ ਤੋਂ ਰੱਖਦਾ, ਆਹੀ ਗੱਲ ਹੈ। ਰੱਬ ਨੇ ਜਦੋਂ ਸਾਨੂੰ ਪਹਿਲੀ ਵਾਰ ਬਣਾਇਆ ਸੀ, ਇਸ ਦਾ ਉਦੋਂ ਸਾਡੇ 'ਚ ਕੋਈ ਔਗਣ ਨਹੀਂ ਸੀ, ਕਿਉਂਕਿ ਪਰਮਾਤਮਾ ਬਣਾ ਕੇ ਭੇਜਿਆ ਸੀ। ਸਾਡੇ 'ਚ ਕੋਈ ਔਗਣ ਨਹੀਂ ਸੀ, ਪਰ ਪਰਮਾਤਮਾ ਨੇ ਕੀ ਕੀਤਾ, ਨਾਲ ਮਾਇਆ ਬਣਾਤੀ ਵੀ ਦੇਖਦਾ ਇਹ ਮੇਰੀ ਮਾਇਆ 'ਚ ਰਹਿ ਕੇ ਮੈਨੂੰ ਯਾਦ ਕਰਦੇ ਨੇ ਕਿ ਨਹੀਂ ਕਿਹਾ। ਬਾਈਬਲ 'ਚ ਉਸਨੂੰ ਕਿਹਾ ਸੈਟਨ, ਜਿਹਨੂੰ ਆ ਕੇ ਸ਼ੈਤਾਨ, ਮਾਇਆ। ਚੰਗੇ ਭਲੇ ਐਡਮ ਐਂਡ ਈਵ ਸਵਰਗ 'ਚ ਰਹਿ ਰਹੇ ਸਨ। ਬੜਾ ਸਮਾਂ ਹੋ ਗਿਆ, ਉਹਨਾਂ ਨੂੰ ਕੋਈ ਗਿਆਨ ਨਹੀਂ ਕਿ ਔਰਤ ਹੈ ਅਤੇ ਮੈਂ ਬੰਦਾ ਹਾਂ। ਕੋਈ ਗਿਆਨ ਹੀ ਨਹੀਂ ਇਸ ਗੱਲ ਦਾ, ਰਹਿ ਰਹੇ ਨੇ। ਸਿਰਫ ਪਰਮਾਤਮਾ ਦਾ ਇੱਕੋ ਹੁਕਮ ਸੀ ਕਿ ਜਿਹੜਾ ਤੁਹਾਡੇ ਘਰ ਦੇ ਸਾਹਮਣੇ ਦਰਖਤ ਹੈ ਨਾ ਫਲਾਂ ਵਾਲਾ, ਇਹਦਾ ਫਲ ਨਹੀਂ ਖਾਣਾ, ਬਾਕੀ ਸਾਰੇ ਬਾਗ ਦੇ ਤੁਸੀਂ ਫਲ ਖਾ ਸਕਦੇ ਹੋ। ਹੁਣ ਪਰਮਾਤਮਾ ਨੇ ਵੇਖਣਾ ਸੀ ਵੀ ਕੀ ਇਹ ਮੇਰੀ ਗੱਲ ਮੰਨਦੇ ਨੇ। ਪਰਖ ਤੇ ਕਰਨੀ ਪੈਂਦੀ ਨਾ। ਆਪਾਂ ਇਮਤਿਹਾਨ ਲਵਾਂਗੇ ਤਾਂ ਹੀ ਪਤਾ ਲੱਗੂਗਾ। ਇਸ ਲਈ ਕੋਈ ਪਾਸ ਹੋ ਗਿਆ, ਕੋਈ ਫੇਲ ਹੋ ਗਿਆ। ਪਰਮਾਤਮਾ ਨੇ ਮਾਇਆ ਭੇਜਤੀ, ਜਿਸ ਨੂੰ ਬਾਈਬਲ ਸੈਟਨ ਲਿਖਿਆ ਹੋਇਆ, ਮਨੁੱਖ ਬਣਾ ਕੇ। ਮਾਇਆ ਨੂੰ ਜਦੋਂ ਬੰਦਾ ਮਨੁੱਖ ਬਣਾਉਂਦਾ ਹਿੰਦੁਸਤਾਨ 'ਚ, ਹੁਣ ਮਾਇਆ ਦੀ ਦੇਵਤੀ ਲక్ష్ਮੀ ਬਣਾ ਕੇ ਭੇਜਦਾ, ਮਾਇਆ ਦੀ ਦੇਵੀ। ਮਾਇਆ ਨੇ ਹੁਣ ਆਪਣਾ ਜੌਹਰ ਵਿਖਾਉਣਾ। ਮਾਇਆ ਨੂੰ ਮਨੁੱਖੀ ਰੂਪ ਦਿੱਤਾ ਜਾਂਦਾ ਹੈ। ਹਿੰਦੂ ਧਰਮ ਅਨੁਸਾਰ ਨੂੰ ਲక్ష్ਮੀ ਦਾ ਰੂਪ ਦਿੱਤਾ ਜਾਂਦਾ ਹੈ। ਲక్ష్ਮੀ ਨੂੰ ਮਾਇਆ ਦੀ ਦੇਵੀ ਕਿਹਾ ਗਿਆ।
खैर माया वरताती, सैटन भेजता है। बाई चांस ईव ਜਿਹੜੀ ਔਰਤ ਸੀ ਉਹ ਘਰ ਸੀ, ਐਡਮ ਜਿਹੜਾ ਸੀ ਬੰਦਾ ਉਹ ਬਾਹਰ ਗਿਆ ਹੋਇਆ ਸੀ। ਉਹ ਗੱਲਾਂ ਲੱਗ ਗਿਆ ਕਰਨ, ਹਾਂ ਭਾਈ ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੈ ਜੀ। ਕਿਵੇਂ ਰਹਿ ਰਹੇ ਹੋ? ਮੌਜਾਂ ਨਾਲ ਰਹਿ ਰਹੇ ਹਾਂ ਜੀ। ਕੀ ਖਾਂਦੇ ਹੋ ਜੀ? ਅਸੀਂ ਆਹ ਦਰਖਤਾਂ ਦੇ ਫਲ ਖਾਂਦੇ ਹਾਂ ਜੀ। ਕਿ ਜਿਹੜਾ ਤੁਹਾਡੇ ਘਰ ਦੇ ਸਾਹਮਣੇ ਦਰਖਤ ਹੈ ਇਹਦਾ ਕਦੇ ਫਲ ਖਾਧਾ? ਕਿ ਨਾ ਜੀ, ਗੋਡ ਨੇ ਕਿਹਾ ਇਹਦਾ ਫਲ ਨਹੀਂ ਖਾਣਾ। ਧਿਆਨ ਦੇਣਾ, ਮਾਇਆ ਕਿਵੇਂ ਅਸਰ ਕਰਦੀ ਸਾਡੇ 'ਤੇ। ਪਰਮਾਤਮਾ ਵੀ ਕਿੰਨਾ ਚਲਾਕ ਹੈ। ਜਿਹੜਾ ਸਭ ਤੋਂ ਮਿੱਠਾ ਫਲ ਹੈ ਉਹ ਕਹਿੰਦੇ ਇਹ ਨਹੀਂ ਤੁਸੀਂ ਖਾਣਾ। ਬੇਬੀ ਇਹੀ ਸਭ ਤੋਂ ਮਿੱਠਾ ਫਲ ਹੈ, ਤੂੰ ਖਾ ਕੇ ਦੇਖ। ਉਹ ਕਹਿੰਦਾ ਨਾ ਜੀ, ਪਰਮਾਤਮਾ ਨੇ ਕਿਹਾ ਨਹੀਂ ਖਾਣਾ। ਬੇਬੀ ਤੂੰ ਖਾ ਕੇ ਤਾਂ ਦੇ, ਜੇ ਦੂਜਿਆਂ ਨਾਲੋਂ ਮਿੱਠਾ ਨਾ ਹੋਇਆ ਤੂੰ ਜੋ ਮਰਜ਼ੀ ਮੈਨੂੰ ਸਜ਼ਾ ਦੇ ਦੇ। ਕਹੀ ਗਿਆ ਕਹੀ ਗਿਆ। ਇਹ ਸਾਡਾ ਮਨ ਹੈ, ਇਹਨੂੰ ਵਾਰੀ ਵਾਰੀ ਜੋ ਕਹੀ ਜਾਓ ਕਹੀ ਜਾਓ ਕਹੀ ਜਾਓ, ਇਹ ਕਦੇ ਨਾ ਕਦੇ ਮੰਨ ਜਾਂਦਾ ਹੈ। ਉਹ ਮੰਨ ਗਈ, ਫਲ ਤੋੜ ਲਿਆਈ, ਕਹਿੰਦੇ ਖਾ ਕੇ ਦੇਖ। ਚੱਕ ਮਾਰਿਆ, ਅਤੀ ਮਿੱਠਾ। ਕਹਿੰਦੇ ਹਾਂ ਵਾਕਈ ਬਹੁਤ ਮਿੱਠਾ। ਕਹਿੰਦੇ ਅੱਧਾ ਤੂੰ ਖਾ ਲੈ, ਅੱਧਾ ਆਪਣੇ ਘਰ ਵਾਲੇ ਨੂੰ ਦੇ ਦੇਵੀਂ, ਐਡਮ ਨੂੰ ਦੇ ਦੇ। ਬਸ ਮਾਇਆ ਨੇ ਆਪਣਾ ਕੰਮ ਕਰਨਾ ਸੀ, ਕਰਤਾ। ਮਾਇਆ ਚਲੀ ਗਈ ਹੈ, ਸੈਡਰ ਚਲਿਆ ਗਿਆ, ਮਗਰ ਐਡਮ ਆ ਗਿਆ। ਕਹਿੰਦੀ ਇੱਥੇ ਇੱਕ ਬੰਦਾ ਆਇਆ ਸੀ, ਪਹਿਲਾਂ ਹਾਲ ਚਾਲ ਪੁੱਛਦਾ ਰਿਹਾ, ਫਿਰ ਕਹਿੰਦਾ ਵੀ ਤੁਸੀਂ ਕੀ ਖਾਂਦੇ ਪੀਂਦੇ ਹੋ? ਮੈਂ ਕਿਹਾ ਜੀ ਇੰਨੇ ਫਲ ਲੱਗੇ ਹੋਏ ਨੇ, ਅਸੀਂ ਫਲ ਖਾਂਦੇ। ਉਹ ਕਹਿੰਦਾ ਜਿਹੜਾ ਕਿ ਤੁਹਾਡੇ ਘਰ ਦੇ ਸਾਹਮਣੇ ਦਰਖਤ ਲੱਗੇ ਦਾ ਕਦੇ ਫਲ ਖਾਧਾ? ਮੈਂ ਕਿਹਾ ਨਾ ਜੀ, ਗੋਡ ਨੇ ਕਿਹਾ ਸੀ ਇਹਦਾ ਫਲ ਨਹੀਂ ਖਾਣਾ। ਉਹ ਕਹਿੰਦਾ ਬੀਬੀ ਇਹਦਾ ਫਲ ਸਭ ਤੋਂ ਮਿੱਠਾ ਹੈ, ਤੁਸੀਂ ਖਾ ਕੇ ਤਾਂ ਦੇਖੋ। ਉਹ ਕਹੀ ਗਿਆ ਕਹੀ ਗਿਆ। ਮੈਂ ਕਹਿੰਦੇ ਅੱਧਾ ਖਾ ਲਿਆ। ਕਿਹਾ ਤੂੰ ਬਹੁਤ ਮਾੜਾ ਕੀਤਾ, ਜਦੋਂ ਭਗਵਾਨ ਨੇ ਕਿਹਾ ਸੀ ਨਹੀਂ ਖਾਣਾ ਤੂੰ ਕਿਉਂ ਖਾਧਾ? ਕਹਿੰ ਜੀ ਤੁਸੀਂ ਖਾ ਕੇ ਤਾਂ ਦੇਖੋ, ਇਹ ਵਾਕਈ ਬਹੁਤ ਮਿੱਠਾ ਹੈ। ਹੁਣ ਜਨਾਨੀ ਨੇ 7-8 ਵਾਰੀ ਕਿਹਾ, ਉਹ ਵੀ ਬਣ ਗਿਆ। ਜਦੋਂ ਖਾਧਾ ਗਿਆਨ ਹੋ ਗਿਆ, ਇਹ ਔਰਤ ਹੈ, ਮੈਂ ਮਰਦ ਹਾਂ ਅਤੇ ਅਸੀਂ ਨੰਗੇ ਹਾਂ। ਇਹਨੇ ਚਿਰ ਭਗਵਾਨ ਆ ਗਿਆ। ਉਹ ਐਡਮ, ਉਹ ਈਵ, ਉਹ ਨਾ ਲੁੱਕ ਗਏ ਵੀ ਅਸੀਂ ਨੰਗੇ ਹਾਂ, ਝਾੜੀਆਂ ਪਿੱਛੇ ਲੁੱਕ ਗਏ। ਉਹ ਕਹਿੰਦਾ ਉਹ ਐਡਮ, ਉਹ ਈਵ, ਉਹ ਬੋਲਦੇ ਨਹੀਂ ਹੈਗੇ। ਜੋ ਬਾਈਬਲ 'ਚ ਲਿਖਿਆ ਪੰਜਾਬੀ ਦਾ ਸਰਤਨ। ਉਹ ਫਿਰ ਗੁੱਸੇ ਨਾਲ ਬੋਲਿਆ, ਉਹ ਐਡਮ, ਉਹ ਈਵ ਕਿੱਥੇ ਹੋਏ? ਕਹਿੰਦੇ ਅਸੀਂ ਝਾੜੀਆਂ ਮਗਰ ਲੁਕੇ ਹੋਏ ਹਾਂ। ਤੁਸੀਂ ਝਾੜੀਆਂ ਮਗਰ ਕਿਉਂ ਲੁਕੇ ਹੋਏ ਹੋ? ਜੀ ਅਸੀਂ ਨੰਗੇ ਹਾਂ। ਕਹ ਤੁਹਾਨੂੰ ਕਿਵੇਂ ਪਤਾ ਤੁਸੀਂ ਨੰਗੇ ਹੋ? ਬਾਹਰ ਆਓ। ਉਹ ਹੱਥਾਂ ਨਾਲ ਨੰਗੇ ਢੱਕ ਕੇ ਭਗਵਾਨ ਦੇ ਸਾਹਮਣੇ ਆ ਗਏ। ਕਹਿੰਦੇ ਅੱਛਾ ਤੁਸੀਂ ਉਹ ਫਲ ਖਾ ਲਿਆ ਹੁਣ? ਕਹਿੰਦੇ ਹਾਂਜੀ। ਕਿਉਂ ਖਾਧਾ? ਕਹਿੰਦੇ ਇੱਥੇ ਇੱਕ ਬੰਦਾ ਆਇਆ ਸੀ। ਕਹਿੰਦੇ ਇਹਦਾ ਮਤਲਬ ਮੇਰੇ ਤੋਂ ਬੰਦਾ ਵੱਡਾ ਹੋ ਗਿਆ। ਇਹਦਾ ਮਤਲਬ ਮੇਰੇ ਤੋਂ ਬੰਦਾ ਵੱਡਾ ਹੋ ਗਿਆ। ਜਦੋਂ ਮੈਂ ਤੁਹਾਨੂੰ ਕਿਹਾ ਸੀ ਇਹ ਫਲ ਨਹੀਂ ਖਾਣਾ, ਤੁਸੀਂ ਕਿਉਂ ਖਾਧਾ? ਤੁਸੀਂ ਉਹਦੇ ਆਖੇ ਲੱਗ ਗਏ। ਮਾਰਿਆ ਦੋਨਾਂ ਨੂੰ ਧੱਕਾ, ਕਿ ਜੋ ਮਾਤ ਲੁਕ ਜਾ ਅਤੇ ਇਸ ਧਰਤੀ 'ਤੇ ਆ ਡਿੱਗੇ। ਕਿ ਜੋ ਦਫਾ ਵੋ, ਹੁਣ ਕਰੀ ਜਾਓ ਭਰੀ ਜਾਓ। ਉਹ ਸਾਡੇ ਮਾਂ ਬਾਪ ਸਨ, ਉਹਨਾਂ ਦਾ ਮਾਇਆ ਨੇ ਪੱਠਾ ਬਿਠਾਇਆ, ਅਤੇ ਸਾਡੇ ਦਾ ਪਰ ਕਿੰਨੇ ਕੁ ਪੱਠਾ ਬਿਠਾਉਣ ਵਾਲੇ ਹਨ। ਸਾਡੇ ਆਲੇ ਦੁਆਲੇ ਤਾਂ ਪੱਠਾ ਬਿਠਾਉਣ ਦਾ ਘੇਰਾ ਪਿਆ ਹੋਇਆ, ਕੋਈ ਮਾਈ ਦਾ ਲਾਲ ਵਿਰਲਾ ਹੀ। ਸੋ ਜਿਵੇਂ ਗੁਰਬਾਣੀ ਦੇ ਕੌਣ ਮੰਨਦਾ ਜੀ, ਕਿੱਥੇ ਮੰਨਿਆ ਜਾਂਦਾ? ਬੜਾ ਔਖਾ ਹੈ। ਗੁਰਬਾਣੀ ਰੱਬ ਦਾ ਹੁਕਮ ਮੰਨਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ। ਉਹ ਤਾਂ ਬੜੇ ਵੱਡੇ ਭਾਗ ਹੋਣ, ਇੰਨੀ ਸੋਝੀ ਹਮੇਸ਼ਾ ਬੰਦਾ ਹਰ ਵਕਤ ਰਹੇ, ਉਹ ਕਿਸੇ ਕਰਕੇ ਡੋਲੇ ਨਾ, ਆਪਣੇ ਅਸੂਲ ਨਾ ਤਿਆਗੇ, ਉਹਨਾਂ ਦੀ ਗੱਲ ਬਣ ਸਕਦੀ ਹੈ। ਸਾਡੇ ਦੇ ਕਲਯੁਗ ਦਾ ਬਹੁਤ ਪ੍ਰਭਾਵ ਹੈ। ਸਾਡੇ 'ਚ ਕੋਈ ਵਿਰਲਾ ਟਾਵਾਂ ਹੀ ਹੋਏਗਾ ਜਿਹੜਾ ਕਿਸੇ ਨਾ ਕਿਸੇ ਜਨਮ 'ਚ ਪਹੁੰਚੇਗਾ, ਪਰ ਪਹੁੰਚੇ ਬਿਨਾਂ ਸਾਡਾ ਛੁਟਕਾਰਾ ਨਹੀਂ ਹੈ। ਨਹੀਂ ਅਸੀਂ ਜੰਮਣ ਮਰਨ ਦੇ ਚੱਕਰ 'ਚ ਪਏ ਹੀ ਰਹਾਂਗੇ।
ਅਖੀਰ ਨੂੰ ਸਾਨੂੰ ਗੁਰੂ ਦੀ ਜਾਂ ਪਰਮਾਤਮਾ ਦੀ ਗੱਲ ਮੰਨਣੀ ਪਏਗੀ, ਅਤੇ ਜਦ ਮੰਨ ਲਾਂਗੇ ਮੰਨੇ ਕੀ ਗਤ ਕਹੀ, ਫਿਰ ਤਾਂ ਪਤਾ ਹੀ ਹੋ। ਇਸ ਲਈ ਕਹਿੰਦੇ ਗੁਰੂ ਮਹਾਰਾਜ ਕਹਿੰਦੇ ਧਰਮ ਭੂ ਸਤ ਬੀਜ ਕਰ, ਐਸੀ ਕਿਰਸ ਕਮਾਵੋ। ਕਿਰਸ ਫਸਲ ਨੂੰ ਕਹਿੰਦੇ ਨੇ। ਕਿਰਸ ਤਾਂ ਬਣਿਆ ਕਿਰਸਾਨ, ਜਿਹੜਾ ਫਸਲਾਂ ਬੀਜਦਾ ਹੈ ਉਹਨੂੰ ਕਹਿੰਦੇ ਕਿਰਸਾਨ। ਕਿਰਸ ਮਨੇ ਫਸਲ। ਧਰਮ ਭੂਮ, ਧਰਮ ਨੂੰ ਧਰਤੀ ਬਣਾਓ। ਸਤ ਪਰਮਾਤਮਾ ਦਾ ਨਾਮ, ਸਤ ਬੀਜ ਕਰ, ਪਰਮਾਤਮਾ ਦੇ ਨਾਮ ਦਾ ਬੀਜ ਬੀਜ। ਇਸ 'ਚ ਧਰਮ ਰੂਪੀ ਧਰਤੀ ਦੇ ਵਿੱਚ ਪਰਮਾਤਮਾ ਦਾ ਨਾਮ ਬੀਜ। ਐਸੀ ਕਿਰਸ ਕਮਾਵੋ, ਇਹੋ ਜਿਹੀ ਤੁਸੀਂ ਜਿਹੜਾ ਹੈ ਖੇਤੀ ਕਰੋ, ਇਹੋ ਜਿਹੀ ਖੇਤੀ ਤੁਸੀਂ ਕਰੋ। ਤਾਂ ਵਪਾਰੀ ਜਾਣਿਓ ਲਾਹਾ ਲੈ ਜਾਵੋ। ਅਸਲ ਤੁਸੀਂ ਵਪਾਰੀ ਤਾਂ ਹੀ ਹੋ ਜੇ ਸੰਸਾਰ ਲਾਹਾ ਖੱਟ ਕੇ ਜਾਓ। ਜਿਸ ਵਪਾਰੀ ਨੂੰ ਘਾਟਾ ਪੈ ਜੇ ਉਹਨੂੰ ਵਧੀਆ ਵਪਾਰੀ ਨਹੀਂ ਕਿਹਾ ਜਾਂਦਾ। ਬਈ ਇਹਦਾ ਮਤਲਬ ਤੇਰੀ ਕੰਮ ਅਕਲ ਪੂਰੀ ਨਹੀਂ ਕਰਦੀ, ਤੈਨੂੰ ਘਾਟਾ ਪੈ ਗਿਆ। ਕਹਿੰਦੇ ਤਾਂ ਹੀ ਵਪਾਰੀ ਜਾਣ ਜਾਏ ਜੇ ਨਾਮ ਧਨ ਦਾ ਲਾਹਾ ਖੱਟ ਕੇ ਇੱਥੋਂ ਜਾਓਗੇ, ਕਿਉਂਕਿ ਨਾਮ ਧਨ ਨਹੀਂ ਨਾਲ ਜਾਣਾ, ਬਾਕੀ ਸਾਰਾ ਕੁਝ ਇੱਥੇ ਰਹਿ ਜਾਣਾ, ਬਾਕੀ ਜਿੱਥੇ ਰਹਿ ਜਾਣਾ। ਸੋ ਇਸ ਲਈ ਨਾਮ ਜਪਣਾ ਹੈ, ਉਹਦੇ ਬਦਲੇ ਪਰਮਾਤਮਾ ਬਿਨਾਂ ਹੋਰ ਕੋਈ ਚੀਜ਼ ਨਹੀਂ ਮੰਗਣੀ। ਨਾਮ ਤੁਸੀਂ ਜਪਿਆ ਤੇ ਗੁਰੂ ਮਹਾਰਾਜ ਕਿਰਪਾ ਕਰੋ, ਸੱਚੇ ਪਾਤਸ਼ਾਹ ਨੂੰ ਸੱਚਖੰਡ ਪ੍ਰਵਾਨ ਕਰੋ, ਉਹ ਫਿਰ ਤੁਹਾਡੇ ਨਾਮ ਦੇ ਸਾਹਮਣੇ ਲਿਖਿਆ ਜਾਏਗਾ ਇਹਨੇ 1 ਘੰਟਾ ਨਾਮ ਜਪਿਆ। ਅਗਰ ਤੁਸੀਂ ਨਾਮ ਜਪ ਕੇ ਕੋਈ ਸੰਸਾਰੀ ਚੀਜ਼ ਮੰਗ ਲਈ, ਉੱਥੇ ਕੁਛ ਨਹੀਂ ਲਿਖਿਆ ਜਾਣਾ, ਤੁਹਾਡਾ ਘੰਟਾ ਐਵੇਂ ਹੀ ਜਾਏਗਾ। ਸੰਸਾਰਿਕ ਚੀਜ਼ਾਂ ਮਿਲ ਜਾਣਗੀਆਂ, ਨਾਮ ਧਨ ਨਹੀਂ ਇਕੱਠਾ ਹੋਏਗਾ। ਨਾਮ ਧਨ ਨੇ ਹੀ ਨਾਲ ਜਾਣਾ ਹੈ। ਇਸੇ ਨੇ ਲੋਕ ਪਰਲੋਕ ਵਿੱਚ ਸਾਡੀ ਸਹਾਇਤਾ ਕਰਨੀ ਹੈ। ਸੰਸਾਰਿਕ ਧਨ ਸਿਰਫ ਲੋਕ 'ਚ ਸਹਾਇਤਾ ਕਰਦਾ ਹੈ, ਪਰਲੋਕ 'ਚ ਨਹੀਂ ਕਰਦਾ। ਨਾਮ ਧਨ ਲੋਕ 'ਚ ਵੀ ਸਹਾਇਤਾ ਕਰਦਾ, ਪਰਲੋਕ 'ਚ ਵੀ ਸਹਾਇਤਾ ਕਰਦਾ ਹੈ। ਨਾਮ ਜਪਣ ਵਾਲੇ ਨੂੰ ਹੌਲੀ ਹੌਲੀ ਪਰਮਾਤਮਾ ਤੇ ਸ਼ਰਧਾ ਭਾਵਨਾ ਵੱਜ ਜਾਂਦੀ ਹੈ ਕਿ ਜਿਸ ਪਰਮਾਤਮਾ ਮੈਨੂੰ ਕੱਲ੍ਹ ਖਾਣ ਨੂੰ ਦਿੱਤਾ ਸੀ ਉਹ ਅੱਜ ਵੀ ਦੇਗਾ, ਅਤੇ ਜਿਸ ਨੇ ਮੈਨੂੰ ਅੱਜ ਖਾਣ ਨੂੰ ਦਿੱਤਾ ਉਹ ਕੱਲ੍ਹ ਵੀ ਦੇਵੇਗਾ। ਇਸ ਅਵਸਥਾ 'ਤੇ ਕੋਈ ਪੀਰ ਫਕੀਰ ਹੀ ਪਹੁੰਚਦਾ ਹੈ, ਹਰ ਇੱਕ ਨਹੀਂ ਪਹੁੰਚ ਸਕਦਾ। ਜਿੱਥੇ 100% ਵਿਸ਼ਵਾਸ ਹੋਵੇ ਕਿ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ, ਅਸੀਂ ਆਪ ਤਾਂ ਪੈਦਾ ਹੋ ਨਹੀਂ ਗਏ, ਜਿਹਨੇ ਪੈਦਾ ਕੀਤਾ ਉਹਦੀ ਜ਼ਿੰਮੇਵਾਰੀ ਹੈ ਸਾਨੂੰ ਪਾਲਣ ਦੀ। ਇੱਕ ਮਨੁੱਖ ਤੋਂ ਬਿਨਾਂ ਜਾਂ ਮਨੁੱਖ ਨੇ ਜਿਨ੍ਹਾਂ ਪਸ਼ੂਆਂ ਪੰਛੀਆਂ ਨੂੰ ਗੁਲਾਮ ਕੀਤਾ ਹੈ, ਉਹਨਾਂ ਤੋਂ ਬਿਨਾਂ ਬਾਕੀ ਸਾਰੀਆਂ ਜੂਨੀਆਂ ਜਿਹੜੇ ਪਰਮਾਤਮਾ 'ਤੇ ਨਿਰਭਰ ਹਨ, ਪਰਮਾਤਮਾ ਇਹਨਾਂ ਨੂੰ ਖਾਣ ਨੂੰ ਦਿੰਦਾ। ਸਾਡੇ ਅੰਦਰ ਹਉਮੈ ਹੈ, ਅਸੀਂ ਪਰਮਾਤਮਾ 'ਤੇ ਨਿਰਭਰ ਨਹੀਂ ਹੈਗੇ। ਉਹ ਕਹਿੰਦੇ ਚੰਗਾ ਦਫਾ ਵੋ, ਕਮਾਈ ਜਾਓ ਖਾਈ ਜਾਓ, ਜਿਵੇਂ ਉਹਨਾਂ ਨੂੰ ਕੱਢਤਾ ਸੀ। ਅਸੀਂ ਸਮਝਦੇ ਹਾਂ ਅਸੀਂ ਪਰਮਾਤਮਾ 'ਤੇ ਨਿਰਭਰ ਨਹੀਂ, ਅਸੀਂ ਆਪਣੇ ਮਾਂ ਪਿਓ 'ਤੇ ਨਿਰਭਰ ਹਾਂ, ਅਸੀਂ ਧੀ ਪੁੱਤਰ 'ਤੇ ਨਿਰਭਰ ਹਾਂ। ਤੁਸੀਂ ਪੁੱਤਰ ਇਸੇ ਲਈ ਪੈਦਾ ਕਰਦੇ, ਹੋਰ ਕੋਈ ਮਤਲਬ ਨਹੀਂ ਹੈ। ਪੁੱਤਰ ਸਿਰਫ ਇਸ ਲਈ ਪੈਦਾ ਕੀਤਾ ਜਾਂਦਾ ਹੈ ਕਿ ਪੁੱਤਰ, ਧੀ ਤਾਂ ਬੇਗਾਨਾ ਧਨ ਹੈ, ਉਹਨੇ ਦੂਜੇ ਘਰ ਚਲੇ ਜਾਣਾ ਹੈ। ਪੁੱਤਰ ਸਾਨੂੰ ਅਖੀਰ 'ਤੇ ਬੁਢਾਪੇ 'ਚ ਪਾਲੇਗਾ। ਅਸੀਂ ਉਦੋਂ ਕਮਾ ਨਹੀਂ ਸਕਾਂਗੇ, ਮਜ਼ਦੂਰੀ ਨਹੀਂ ਕਰ ਸਕਾਂਗੇ, ਕੋਈ ਕੰਮ ਨਹੀਂ ਕਰ ਸਕਾਂਗੇ, ਅਸੀਂ ਬਹੁਤ ਬੁੱਢੇ ਹੋ ਜਾਵਾਂਗੇ। ਉਦੋਂ ਫਿਰ ਜਿਹੜਾ ਪੁੱਤਰ ਹੈ ਉਹ ਸਾਨੂੰ ਪਾਲੇਗਾ। ਇਸੇ ਲਈ ਸਿਰਫ ਪੈਦਾ ਕੀਤਾ ਜਾਂਦਾ, ਆਹੀ ਮਕਸਦ ਹੈ, ਹੋਰ ਕੋਈ ਮਕਸਦ ਨਹੀਂ ਹੈ। ਪੁੱਤਰ ਪੈਦਾ ਕੀਤਾ ਇਸ ਮਕਸਦ ਨਾਲ। ਪੁੱਤਰ ਤੁਹਾਨੂੰ ਛੱਡ ਕੇ ਚਲੇ ਗਿਆ, ਤੁਹਾਡੇ ਨਾਲ ਲੜ ਕੇ ਚਲੇ ਗਿਆ, ਜਾਂ ਤੁਹਾਡੇ ਬੁੱਢੇ ਹੋਣ ਤੋਂ ਪਹਿਲਾਂ ਉਹ ਮਰ ਗਿਆ ਹੈ ਜਿਸ 'ਤੇ ਆਸ ਲਈ ਰੱਖੀ ਸੀ। ਫਿਰ ਤੁਸੀਂ ਇੱਕਦਮ ਬੇਸਹਾਰਾ ਹੋ ਜਾਓਗੇ, ਤੁਹਾਨੂੰ ਹੌਸਲਾ ਦੇਣ ਵਾਲੇ ਕੋਈ ਨਹੀਂ ਰਹੇਗਾ ਕਿ ਜਿਸ 'ਤੇ ਮੈਨੂੰ ਉਮੀਦ ਸੀ ਉਹ ਤਾਂ ਚਲੇ ਹੀ ਗਿਆ, ਚਲੇ ਗਿਆ। ਤੁਹਾਨੂੰ ਫਿਊਚਰ ਦੀ ਚਿੰਤਾ ਲੱਗ ਜਾਏਗੀ। ਸਾਨੂੰ ਬੁਢਾਪੇ 'ਚ ਕੌਣ ਰੋਟੀ ਪਾਣੀ ਦੇਵੇਗਾ? ਬੁਢਾਪੇ ਸਾਡੇ ਕੱਪੜੇ ਕੌਣ ਧੋਵੇਗਾ? ਸਾਨੂੰ ਬਿਮਾਰੀ ਦੀ ਹਾਲਤ 'ਚ ਹਸਪਤਾਲ ਕੌਣ ਲੈ ਕੇ ਜਾਏਗਾ? ਸਾਡਾ ਇਲਾਜ ਕੌਣ ਕਰਾਏਗਾ? ਉਸ ਦਿਨ ਤੋਂ ਤੁਹਾਡੀ ਚਿੰਤਾ ਵੱਧ ਜਾਣੀ।
ਪਰ ਜਿਨ੍ਹਾਂ ਦਾ ਧਰਮ 'ਚ 100% ਵਿਸ਼ਵਾਸ ਹੋ ਜਾਂਦਾ ਹੈ ਕਿ ਮੈਨੂੰ ਤੇ ਪਰਮਾਤਮਾ ਨੇ ਪੈਦਾ ਕੀਤਾ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਉਹੀ ਮੈਨੂੰ ਖਾਣ ਨੂੰ ਦੇਵੇਗਾ, ਉਹੀ ਮੇਰੀ ਪਾਲਣਾ ਪੋਸ਼ਣਾ ਆਪ ਕਰੇ ਜਾਂ ਕਿਸੇ ਤੋਂ ਕਰਾ ਦੇਗਾ। ਪਰਮਾਤਮਾ ਨੇ ਆਪ ਸਿੱਧਾ ਕੁਛ ਨਹੀਂ ਕਰਨਾ, ਉਹ ਕਿਸੇ ਦੇ ਰਾਹੀਂ ਕਰਾਉਂਦਾ ਹੈ, ਵੀ ਇਹ ਮੇਰੇ 'ਤੇ ਨਿਰਭਰ ਹੈ। ਜਦੋਂ ਮਨੁੱਖ ਰੱਬ 'ਤੇ ਨਿਰਭਰ ਹੋ ਜਾਵੇਗਾ, ਬਾਕੀ ਸਭ ਦਾ ਆਸਰਾ ਛੱਡ ਦੇਵੇਗਾ, ਉਦੋਂ ਫਿਰ ਪਰਮਾਤਮਾ ਹੀ ਉਸ ਨੂੰ ਪਾਲੇਗਾ, ਕਿਉਂਕਿ ਉਹਨੂੰ ਵੀ ਪਤਾ ਹੋਵੇਗਾ ਵੀ ਇਸ ਨੇ ਸਭ ਆਸਰੇ ਹੋਰ ਛੱਡ ਦਿੱਤੇ ਹਨ, ਸਿਰਫ ਮੇਰਾ ਤੇ ਮੇਰਾ ਹੀ ਓਟ ਆਸਰਾ ਲਿਆ ਹੈ। ਫਿਰ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ। ਧਰਮ ਕਹਿੰਦਾ 42 ਲੱਖ ਜੂਨੀਆਂ ਪਾਣੀ 'ਚ ਵਸਦੀਆਂ ਨੇ, ਉੱਥੇ ਕੋਈ ਹੱਟੀ ਨਹੀਂ, ਉੱਥੇ ਕੋਈ ਬਾਜ਼ਾਰ ਨਹੀਂ, ਉੱਥੇ ਕੋਈ ਖੇਤੀ ਨਹੀਂ, ਉੱਥੇ ਕੋਈ ਵਣਜ ਨਹੀਂ। 42 ਲੱਖ ਜੂਨੀਆਂ ਪਾਣੀ 'ਚ ਨੇ, ਉਹਨਾਂ ਨੂੰ ਕੌਣ ਪਾਲ ਰਿਹਾ ਹੈ? ਉਹਨਾਂ ਨੂੰ ਪਰਮਾਤਮਾ ਪਾਲ ਰਿਹਾ ਹੈ। ਜੰਗਲਾਂ 'ਚ ਕਰੋੜਾਂ ਜੀਵ ਰਹਿੰਦੇ ਨੇ, ਉਹਨਾਂ ਨੂੰ ਕੌਣ ਪਾਲ ਰਿਹਾ? ਉਹਨਾਂ ਨੂੰ ਪਰਮਾਤਮਾ ਪਾਲ ਰਿਹਾ। ਕਿੰਨੇ ਜਾਨਵਰ ਨੇ, ਪਸ਼ੂ ਨੇ, ਕੋਈ ਦਰਖਤਾਂ 'ਤੇ ਰਹਿ ਗਿਆ, ਕੋਈ ਕਿਤੇ ਫਿਰਿਆ, ਉਹਨੂੰ ਸਭ ਪਰਮਾਤਮਾ ਪਾਲ ਰਿਹਾ ਹੈ। ਪਰ ਜਿਨ੍ਹਾਂ ਨੂੰ ਅਸੀਂ ਗੁਲਾਮ ਬਣਾ ਲਿਆ, ਉਹ ਉਹਨਾਂ ਦੀ ਸਾਡੀ ਜ਼ਿੰਮੇਵਾਰੀ ਉਹਨਾਂ ਪਾਲਣ ਦੀ। ਪਰਮਾਤਮਾ ਕਹਿੰਦਾ ਤੁਸੀਂ ਇਹਨਾਂ ਗੁਲਾਮ ਬਣਾ ਲੈਣ, ਹੁਣ ਤੁਸੀਂ ਪਾਲੋ ਇਹਨੂੰ। ਜਿਹੜਾ ਗਲੀ ਦਾ ਕੁੱਤਾ ਹੈ, ਉਸ ਨੂੰ ਨਹੀਂ ਤੁਸੀਂ ਰੋਟੀ ਪਾਣੀ ਖਾਣ ਨੂੰ ਦਿੰਦੇ, ਫਿਰਦਾ ਫਿਰੀ ਜਾਓ। ਪਰ ਜੇ ਤੁਸੀਂ ਘਰ ਰੱਖਿਆ ਗੁਲਾਮ ਬਣਾ ਕੇ, ਉਹਨੂੰ ਰੋਟੀ ਪਾਣੀ ਦੇਣਾ, ਵੇਲੇ ਸਿਰ ਦੇਣਾ, ਬਿਮਾਰ ਹੋ ਗਿਆ ਇਲਾਜ ਕਰਾਉਣਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਜਦੋਂ ਮਾਂ ਪਿਓ ਸਮਝਦੇ ਸਾਡੇ ਬੱਚੇ ਨੇ, ਰੱਬ ਕਹਿੰਦਾ ਚੰਗਾ ਫਿਰ ਪਾਲੀ ਜਾਓ, ਵਕਤ ਨੂੰ ਫੜੇ ਰਹੋ। ਉਹ ਕਹਿੰਦੇ ਪਾਲੀ ਜਾਓ, ਫਿਰ ਫੜੇ ਰਹੋ ਵਕਤ ਨੂੰ। ਅਤੇ ਜੇ ਕਹੇ ਸੱਚੇ ਪਾਤਸ਼ਾਹ ਤੇਰੇ ਬੱਚੇ ਨੇ, ਤੂੰ ਤੇ ਸਾਨੂੰ ਸਾਂਭ ਸੰਭਾਲ ਲਈ ਇਹਨਾਂ ਨੂੰ ਦਿੱਤਾ ਹੋਇਆ, ਕਹਿ ਭਾਈ ਤੁਹਾਡੇ ਰਾਹੀਂ ਵੱਡੇ ਹੋਣਗੇ, ਤੁਸੀਂ ਪਰਵਰਿਸ਼ ਕਰਨੀ, ਇਸ 'ਤੇ ਪਰਮਾਤਮਾ ਹੁਕਮ ਮੰਨ ਕੇ ਨੂੰ ਪਾਲ ਰਹੇ ਹਾਂ। ਜਦੋਂ ਕਿਤੇ ਅਸੀਂ ਸੱਚੇ ਦਿਲੋਂ ਇਹ ਸਮਝਣ ਲੱਗੇ ਕਿ ਸਾਡੇ ਬੱਚੇ ਨਹੀਂ, ਇਹ ਪਰਮਾਤਮਾ ਦੇ ਬੱਚੇ ਨੇ, ਸਿਰਫ ਸਾਨੂੰ ਪਾਲਣ ਲਈ ਦਿੱਤੇ ਹੋਏ ਹਨ, ਫਿਰ ਤੁਹਾਡਾ ਬੱਚਾ ਕਦੇ ਨਹੀਂ ਵਿਗੜੇਗਾ। ਪਰਮਾਤਮਾ ਦਾ ਬੱਚਾ ਕਦੇ ਵਿਗੜਦਾ? ਸਾਡੇ ਵਿਗੜਦੇ ਨੇ, ਪਰਮਾਤਮਾ ਦੇ ਬੱਚੇ ਨਹੀਂ ਵਿਗੜਨਗੇ, ਹੁਣ ਸਾਡੇ ਵਿਗੜਦੇ ਨੇ। ਹੁਣ ਜਦੋਂ ਅਸੀਂ ਇਹਨੂੰ ਪਰਮਾਤਮਾ ਦੇ ਸਮਝਾਂਗੇ, ਫਿਰ ਗੱਲ ਹੀ ਕੋਈ ਹੋਰ, ਘਰ ਦੇ ਹਾਲਾਤ ਹੀ ਹੋਰ ਹੋ ਜਾਣਗੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਕਰਮ ਹੋਵੇ ਸਤਿਗੁਰ ਮਿਲੇ, ਬੂਝੈ ਵਿਚਾਰ। ਕਰਮ ਫਾਰਸੀ ਦਾ ਸ਼ਬਦ ਹੈ। ਫਾਰਸੀ ਜਿਹਦਾ ਅਰਥ ਦਿੱਤਾ ਫਜ਼ਲ, ਫਫਾ ਜੱਜੇ ਦੇ ਪੈਰ 'ਚ ਬਿੰਦੀ, ਲੱਲਾ ਫਜ਼ਲ। ਕਿਉਂਕਿ ਕਰਮ ਮੰਮੇ ਨੇ ਔਂਕਲ ਲਾ ਰੱਖੇ ਗੁਰੂ ਮਹਾਰਾਜ ਨੇ, ਵੀ ਇਹ ਪੁਲਿੰਗ ਹੈ। ਕਿਉਂਕਿ ਫਾਰਸੀ ਫਜ਼ਲ ਜਿਹੜਾ ਹੈ ਇਹ ਪੁਲਿੰਗ ਹੈ, ਪਰ ਪੰਜਾਬੀ 'ਚ ਸੌਖਾ ਸਮਝਾਉਣ ਲਈ ਬਖਸ਼ਿਸ਼। ਆਪੇ ਪਰਮਾਤਮਾ ਦੀ ਬਖਸ਼ਿਸ਼ ਹੋਵੇ, ਕਰਮ ਹੁੰਦਾ ਬਖਸ਼ਿਸ਼। ਹੁਣ ਬਖਸ਼ਿਸ਼ ਇਸਤਰੀ ਲਿੰਗ ਹੈ, ਠੀਕ ਹੈ। ਅਰੇ ਕਹੀਂ ਯਾਰ ਇਹ ਕਰਮ ਮੰਮੇ ਨੂੰ ਔਂਕਲ ਲੱਗਾ ਹੋਇਆ, ਇਹ ਤਾਂ ਪੁਲਿੰਗ ਹੈ। ਮੈਂ ਕਹਿ ਰਿਹਾ ਬਖਸ਼ਿਸ਼ ਇਹ ਇਸਤਰੀ ਲਿੰਗ ਹੈ। ਇਸੇ ਕਰਕੇ ਫਿਰ ਮੈਨੂੰ ਇੱਕ ਦੋ ਵਾਰੀ ਡਿਕਸ਼ਨਰੀ ਵੇਖਣੀ ਪਈ ਵੀ ਇਹ ਮੰਮੇ ਨੂੰ ਔਂਕਲ ਲੱਗਾ ਹੋਇਆ ਹੈ, ਇਹ ਤਾਂ ਪੁਲਿੰਗ ਹੈ, ਅਤੇ ਕਿਸਮਤ ਜਿਹੜੀ ਹੈ ਉਹ ਇਸਤਰੀ ਲਿੰਗ ਹੁੰਦੀ ਹੈ। ਤਾਂ ਉਹ ਜਦੋਂ ਲਿਖੇ ਉੱਥੇ ਲਿਖਿਆ ਕਰਮ ਫਜ਼ਲ। ਫਜ਼ਲ ਦਾ ਫਿਰ ਹਰ ਇੱਕ ਨੂੰ ਅੱਗੇ ਅਰਥ ਨਹੀਂ ਹੁੰਦਾ ਵੀ ਫਜ਼ਲ ਕੀ ਬਲਾ ਹੁੰਦੀ ਹੈ। ਉਹਦਾ ਸ਼ਬਦੀ ਅਰਥ ਹੈ ਕਿਰਪਾ ਦ੍ਰਿਸ਼ਟੀ, ਬਖਸ਼ਿਸ਼। ਇੱਥੇ ਕਰਮ ਦਾ ਭਾਵ ਹੈ ਬਖਸ਼ਿਸ਼। ਇਹ ਜਿਹੜੇ ਕਰਮ ਅਸੀਂ ਕਰ ਰਹੇ ਹਾਂ ਉਹ ਭਾਵ ਨਹੀਂ ਹੈ, ਜਿਹੜੇ ਅਸੀਂ ਕਰਮ ਕਰ ਰਹੇ ਹਾਂ ਉਹ ਭਾਵ ਨਹੀਂ ਹੈ, ਇਹ ਬਖਸ਼ਿਸ਼ ਹੈ। ਕਰਮ ਹੋਵੇ ਸਤਿਗੁਰ ਮਿਲੇ। ਜਦੋਂ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਫਿਰ ਗੁਰੂ ਨਾਲ ਮੇਲ ਹੁੰਦਾ ਹੈ, ਉਂਝ ਨਹੀਂ ਹੁੰਦਾ। ਉਹਦੀ ਬਖਸ਼ਿਸ਼ ਤੋਂ ਬਿਨਾਂ ਕੋਈ ਗੁਰਦੁਆਰੇ ਜਾ ਕੇ ਰਾਜੀ ਨਹੀਂ, ਕੋਈ ਸਤਸੰਗ ਕਰਕੇ ਰਾਜੀ ਨਹੀਂ। ਉਹਦੀ ਬਖਸ਼ਿਸ਼ ਹੁੰਦੀ ਹੈ। ਕਰਮ ਹੋਵੇ ਸਤਿਗੁਰ ਮਿਲੇ। ਜਦੋਂ ਦੀ ਬਖਸ਼ਿਸ਼ ਹੁੰਦੀ ਹੈ ਫਿਰ ਗੁਰੂ ਮਿਲਦਾ ਹੈ। ਬੂਝੈ ਵਿਚਾਰ, ਫਿਰ ਗੁਰੂ ਦੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਵੀ ਗੁਰੂ ਮਹਾਰਾਜ ਕਹਿੰਦੇ ਕੀ ਨੇ, ਕਹਿੰਦੇ ਕੀ। ਨਿਰਾ ਗੁਰੂ ਮਿਲ ਜਾਣ ਨਾਲ ਨਹੀਂ ਗੱਲ ਬਣਿਆ ਕਰਦੀ, ਉਹਦੇ ਵਿਚਾਰਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਵੀ ਉਹਦਾ ਵਿਚਾਰ ਕੀ ਨੇ।
ਫਿਰ ਬੰਦਾ ਕੀ ਕਰਦਾ ਜਦੋਂ ਉਹਨੂੰ ਸੋਝੀ ਆ ਜਾਂਦੀ ਹੈ? ਨਾਮ ਵਿਖਾਣੇ, ਸੁਣੇ ਨਾਮ, ਨਾਮੇ ਵਿਵਹਾਰ। ਵਿਖਾਣਾ ਦਾ ਜਪਣਾ, ਉਹ ਨਾਮ ਜਪਦਾ ਹੈ। ਸੁਣੇ ਨਾਮ, ਨਾਮ ਸੁਣਦਾ ਹੈ। ਨਾਮੇ ਵਿਵਹਾਰਾ, ਵਿਵਹਾਰਾਂ ਦਾ ਵਪਾਰ ਅਤੇ ਨਾਮ ਦਾ ਹੀ ਵਪਾਰ ਕਰਦਾ ਹੈ। ਭਾਵ ਦੂਜਿਆਂ ਤੋਂ ਨਾਮ ਜਪਵਾਉਂਦਾ ਹੈ। ਆਪ ਨਾਮ ਜਪਦਾ, ਨਾਮ ਸੁਣਦਾ ਹੈ। ਜੇ ਨਾ ਸੁਣਿਆ ਜਾਵੇ ਨਾ, ਉਹ ਵਿਅਰਥ ਗਿਆ ਤੁਹਾਡਾ ਜਪਿਆ ਨਾਮ। ਅਤੇ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਧਿਆਨ ਕਿਤੇ ਬਾਹਰ ਸਮੋਸੇ ਖਾ ਰਿਹਾ, ਉਹ ਐਵੇਂ ਹੀ ਹੈ। ਧਿਆਨ ਹੈ। अब मैडिटेशन ही असी कराने, सिमरन जिहड़ा है भी तुहाडा ध्यान रहे भी आ वाहेगुरु वाहेगुरु। असी वेखी जाने, आ हेठों साह जरा तो निकल, हेठों वाहेगुरु, वो नाल सुनेगा भी वाहेगुरु। सुनने इनू ध्यान कहते हैं। वेखी भी अंदर खाते जाना है, अंदर भी आ अंदर जिहड़ा है, अंदर ही अंदर आ हड्डियां दे हेठां, ये अंदर ही अंदर वाहेगुरु। आ जिहड़ी खोपड़ी दे हेठां अंदर सीधा अंदर नूं जा रहा है, भी जाके साड़ी खोपड़ी, सिर की खोपड़ी जाके टकराएगा। जिन्ने ਜਿਹੜੇ ਗੁਰਦੁਆਰੇ ਮੰਦਰਾਂ ਦੇ ਗੁੰਬਦ ਬਣੇ ਸਾਰੇ ਇਸੇ ਤਰ੍ਹਾਂ ਬਣੇ ਹੋਏ ਨੇ। ਵੀ ਜਦੋਂ ਤੁਸੀਂ ਉਸ ਗੁੰਬਦ ਦੇ ਹੇਠਾਂ ਬੈਠ ਕੇ ਸਿਮਰਨ ਕਰੋਗੇ, ਉਹ ਗੂੰਜੇਗਾ, ਆਵਾਜ਼ ਗੂੰਜੇਗੀ, ਉਹ ਗੂੰਜ ਫਿਰ ਤੁਹਾਨੂੰ ਟਕਰਾਏਗੀ, ਟਕਰਾਏਗੀ। ਉਹ ਗੂੰਜ ਵੱਡੀ ਹੋ ਜਾਏ। ਪਹਾੜਾਂ ਦੇ ਵਿੱਚ ਤੁਸੀਂ ਆਵਾਜ਼ ਮਾਰੋ ਕਦੇ ਬੈਠ, ਉਹ ਬੜੀ ਦੂਰ ਤੱਕ ਸੁਣਦੀ ਹੈ। ਪਹਾੜਾਂ 'ਚ ਟਕਰਾ ਕੇ ਵਾਪਸ ਕਈ ਵਾਰੀ ਇਹਨਾਂ ਲਾਇਆ ਹੁੰਦਾ ਹੈ ਉਹ ਕੀਰਤਨੀਆਂ ਲਈ ਮਾਈਕ, ਉਹ ਆਵਾਜ਼ ਆਪਣੀ ਸੁਣਦੀ ਹੈ, ਆਪਣੀ ਆਵਾਜ਼ ਟਕਰਾ ਕੇ ਆਪ ਨੂੰ ਸੁਣ ਰਹੀ ਹੁੰਦੀ ਹੈ। ਕਈ ਵਾਰੀ ਮੈਂ ਅਰਦਾਸ 'ਚ ਇਸ਼ਾਰਾ ਕਰਕੇ ਕਹਿੰਦਾ ਵੀ ਇਹ ਬੰਦ ਕਰੋ, ਨਹੀਂ ਤਾਂ ਉਹੀ ਵਾਰੀ ਵਾਰੀ ਤੂੰ, ਉਹ ਫਿਰ ਤੂੰ, ਫਿਰ ਹੇ, ਉਹ ਵਿੱਚ ਸੁਣੂਗਾ ਹੇ, ਉਹ 'ਚ ਡਬਲ ਆਵਾਜ਼ ਦੇ ਕੀਰਤਨੀਆਂ ਨੂੰ ਉਹ ਚਾਹੀਦੀ ਹੁੰਦੀ ਹੈ। ਇਸੇ ਤਰ੍ਹਾਂ ਉਹ ਫਿਰ ਆਵਾਜ਼ ਗੂੰਜਦੀ ਹੈ। ਸੋ ਇਸ ਕਰਕੇ ਜਿੱਥੇ ਨਾਮ ਜਪਣਾ ਉਸ ਨੂੰ ਸੁਣਨੇ, ਕੋਈ ਜ਼ਰੂਰੀ ਨਹੀਂ ਕਿ ਬੋਲ ਬੋਲ ਕੇ ਜਪਿਆ ਜਾਵੇ। ਤੁਸੀਂ ਸਾਹ ਲੈ ਰਹੇ ਹੋ, ਇਹ ਵੀ ਤੁਹਾਨੂੰ ਸੁਣੇਗਾ। ਦੇਖ ਲੈ, ਸੁਣੂਗਾ ਵੀ ਹਾਂ ਆਹ ਸਾਹ ਹੋ ਰਿਹਾ। ਇਸ ਕਰਕੇ ਸੁਣਨਾ ਹੈ, ਵੇਖਣਾ ਹੈ ਵੀ ਆ ਵਾਹੇ। ਮੰਨ ਲਓ ਤੁਸੀਂ ਉੱਪਰ ਤੱਕ ਨਹੀਂ ਜਾਂਦੇ, ਤੁਸੀਂ ਗਲ ਤੱਕ ਹੀ, ਨੱਕ ਤੱਕ ਹੀ ਰਹਿਣਾ ਚਾਹੁੰਦੇ ਹੋ। ਵਾਹਿਗੁਰੂ, ਹੇਠਾਂ ਨੂੰ ਆ ਜਾਓ, ਵਾਹਿਗੁਰੂ, ਫਿਰ ਉੱਪਰ ਵਾਹਿਗੁਰੂ, ਨਾਲ ਵੇਖਣਾ ਵਾਹੇ, ਨੱਕ ਤੱਕ ਆ ਗਿਆ, ਗੁਰੂ ਆ ਧੁਨੀ ਤੱਕ ਆ ਗਿਆ, ਫਿਰ ਵਾਹਿਗੁਰੂ। ਹੌਲੀ ਹੌਲੀ ਤੁਹਾਡਾ ਅਭਿਆਸ ਖੱਬੀ ਨਾਸ ਰਾਹੀਂ ਹੋ ਜਾਏਗਾ। ਵਾਹਿਗੁਰੂ। ਇਸ ਤਰ੍ਹਾਂ ਜਦੋਂ ਤੁਸੀਂ ਅਭਿਆਸ ਕਰੋਗੇ ਨਾ, ਉਹ ਤੁਹਾਨੂੰ ਆਪਣੇ ਆਪ, ਹੁਣ ਤਾਂ ਐਂ ਬੰਦ ਕਰਨੀ ਪੈਂਦੇ ਵਾਹੇ, ਉਹ ਜਿਹੜੇ ਸਿਖਾਉਂਦੇ ਨੇ ਉਹ ਇਸ ਤਰ੍ਹਾਂ ਅੰਗੂਠਾ ਰੱਖ ਲੈਣਾ ਸੱਜੀ ਨਾਸ 'ਤੇ, ਇੱਥੇ ਮੱਥੇ 'ਤੇ ਬਾਕੀ ਉਂਗਲਾਂ ਰੱਖ ਲੈਣੀਆਂ ਕਿ ਹੁਣ ਖੱਬੀ ਨਾਸ ਦੇ ਉੱਪਰ ਸਾਹ ਖਿੱਚਣਾ ਵਾਹੇ। ਫਿਰ ਜਿਹੜਾ ਆ ਜਿਹੜੀ ਵਿਚਾਲੜੀ ਲੰਮੀ ਉਂਗਲ ਹੈ ਉਹਦੇ ਨਾਲ ਇਹ ਸੱਜੀ ਨਾਸ ਬੰਦ ਕਰਨਾ, ਗੁਰੂ ਹੇਠਾਂ ਛੱਡਣਾ, ਫਿਰ ਹੇਠੋਂ ਵਾਹੇ, ਫਿਰ ਨਾਸ ਬੰਦ ਸੱਜੀ, ਖੱਬੀ ਰਹੀ, ਗੁਰੂ ਛੱਡਣਾ ਹੈ। ਮਹੀਨਾ 2 ਮਹੀਨੇ ਇਸ ਤਰ੍ਹਾਂ ਅਭਿਆਸ ਕਰਨ ਨਾਲ ਫਿਰ ਵੈਸੇ ਹੀ ਜਦ ਤੱਕ ਵਾਹੇ ਐਂ ਸਪੋਜ਼ ਕਰਨਾ ਵੀ ਖੱਬੀ ਨਾਸ ਰਾਹੀਂ ਸਾਹ ਉੱਪਰ ਨੂੰ ਜਾ ਰਿਹਾ ਹੈ,
ਗੁਰੂ ਵੀ ਸੱਜੀ ਨਾਸਰੇ ਬਾਹਰ ਆ ਰਿਹਾ ਹੈ। ਫਿਰ ਸੱਜੀ ਨਾਸਰੇ ਵਾਹੇ, ਖੱਬੀ ਨਾਸਰੇ ਗੁਰੂ, ਐਂ ਛੱਡੀ ਜਾਣਾ ਜਦੋਂ ਤੁਹਾਡਾ ਅਭਿਆਸ ਹੋ ਗਿਆ। ਕਿਉਂਕਿ ਜਦੋਂ ਆਪਾਂ ਆਰਾਮ ਨਾਲ ਘਰ ਬੈਠਿਆਂ ਫਿਰ ਸਾਨੂੰ ਸਾਹ ਅੱਗੇ ਸਿਰ ਤੱਕ ਲਿਜਾਣ ਦੀ ਲੋੜ ਨਹੀਂ। ਉਸ ਤਰ੍ਹਾਂ ਉਹ ਕੁਝ ਸਮੇਂ ਲਈ ਹੋ ਸਕਦਾ, ਕਿਉਂਕਿ ਫਿਰ ਐਨਰਜੀ ਲੱਗਦੀ ਹੈਗੀ। ਤੁਸੀਂ ਆਪਣਾ ਸਹਿਜ ਸੁਭਾਅ ਬੈਠੇ ਹੋਏ ਹੋ, ਇਸ ਤਰੀਕੇ ਕਰੀ ਜਾਓ ਜਿਵੇਂ ਆਪਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ, ਵੀ ਆ ਸਾਹ ਜਾ ਰਿਹਾ, ਸਾਹ ਆ ਰਿਹਾ ਹੈ। ਅਗਰ ਇਕੱਲੇ ਹੀ ਤੁਸੀਂ ਸਾਹ ਜਾ ਰਿਹਾ ਆ ਰਿਹਾ ਵੇਖ ਰਹੇ ਤਾਂ ਵੀ ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਪਰ ਸਿੱਖ ਨੂੰ ਹੁਕਮ ਹੈ ਤੂੰ ਸਿਮਰਨ ਰਾਹੀਂ ਪਰਮਾਤਮਾ ਨੂੰ ਮਿਲਣਾ ਹੈ। ਇਸ ਲਈ ਅਸੀਂ ਨਾਲ ਸਿਮਰਨ ਕਰਨਾ, ਸਵਾਸਾਂ ਦੇ ਨਾਲ ਸਿਮਰਨ ਕਰਨਾ। ਸੋ ਜਿੱਥੇ ਅਸੀਂ ਬੋਲਣਾ ਹੈ ਉੱਥੇ ਸੁਣਨਾ ਹੈ। ਕਿਉਂਕਿ ਸੁਲਤਾਨਪੁਰ ਲੋਧੀ ਦੀ ਮਸੀਤ ਵਿੱਚ ਜਦ ਮੁਸਲਮਾਨਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਆ ਕੇ ਨਮਾਜ਼ ਪੜ੍ਹੋ, ਗੁਰੂ ਨਾਨਕ ਜੀ ਖੜ੍ਹੇ ਰਹੇ ਨੇ, ਕਿਸੇ ਨੇ ਕੋਈ ਨਮਾਜ਼ ਨਹੀਂ ਪੜ੍ਹੀ। ਉਹ ਨਾਰਾਜ਼ ਹੋ ਗਏ ਵੀ ਤੁਸੀਂ ਤਾਂ ਕਹਿੰਦੇ ਸੀ ਪੜ੍ਹਾਂ, ਤੁਸੀਂ ਨਮਾਜ਼ ਨਹੀਂ ਪੜ੍ਹੀ। ਕਹਿੰਦੇ ਮੁੱਲਾ ਜੀ ਨਮਾਜ਼ ਮੈਂ ਕਿਹਦੇ ਨਾਲ ਪੜ੍ਹਦਾ, ਕੋਈ ਨਮਾਜ਼ ਪੜ੍ਹ ਹੀ ਨਹੀਂ ਸੀ ਰਿਹਾ, ਮੈਂ ਪੜ੍ਹ ਰਿਹਾ ਸੀ। ਕਹਿੰਦੇ ਮੁੱਲਾ ਜੀ ਸੱਚ ਤੁਸੀਂ ਅੱਲਾ ਦੇ ਘਰ 'ਚ ਖੜ੍ਹੇ ਹੋ, ਸੱਚੋ ਸੱਚ ਦੱਸਿਓ ਤੁਹਾਡੇ ਘਰ ਘੋੜੀ ਹੈ? ਕਹਿੰਦੇ ਹਾਂ ਹੈ। ਤੁਹਾਡੇ ਘਰ ਖੂਹੀ ਵੀ ਹੈ? ਕਹਿੰਦੇ ਹਾਂ ਹੈ। ਤੁਹਾਡੀ ਘੋੜੀ ਸੂਈ ਹੈ? ਕਹਿੰਦੇ ਹਾਂ ਹੈ। ਕਹਿੰਦੇ ਉਹਨੇ ਵਿਸ਼ੇਰੀ ਦਿੱਤੀ ਹੈ? ਕਹਿੰਦੇ ਹਾਂਜੀ। ਕਹਿੰਦੇ ਜਦ ਨਮਾਜ਼ ਪੜ੍ਹ ਰਿਹਾ ਸੀ ਤੁਹਾਡਾ ਮੂੰਹ 'ਤੇ ਨਮਾਜ਼ ਪੜ੍ਹੇ, ਤੁਹਾਡਾ ਧਿਆਨ 'ਤੇ ਘਰ ਸੀ ਕਿ ਕਿਤੇ ਵਿਸ਼ੇਰੀ ਟੱਪਦੀ ਟੱਪਦੀ ਖੂਹ ਵਿੱਚ ਨਾ ਡਿੱਗ ਪਵੇ, ਤੇਰੇ 'ਚ ਨਮਾਜ਼ ਮੁੱਕ ਗਈ। ਤੁਹਾਡੇ ਤੇ ਨਮਾਜ਼ ਹੀ ਨਹੀਂ ਪਰਵਾਉਣੀ ਅੱਲਾ ਦੇ ਦਰ 'ਤੇ। ਜੇ ਉਹਨਾਂ ਦੀ ਨਮਾਜ਼ ਪ੍ਰਵਾਨ ਨਹੀਂ ਹੋਈ ਤਾਂ ਫਿਰ ਸਾਡੀ ਵੀ ਨਹੀਂ ਹੋਣੀ, ਜੇ ਅਸੀਂ ਬੇਧਿਆਨ ਹੋਏਗਾ। ਜ਼ਿਆਦਾ ਸਮੇਂ ਦੀ ਮਹਾਨਤਾ ਨਹੀਂ ਹੁੰਦੀ, ਮਹਾਨਤਾ ਹੈ ਧਿਆਨ ਦੀ। 10 ਮਿੰਟ 20 ਮਿੰਟ ਵੀ ਬਹੁਤ ਹੁੰਦਾ ਅਗਰ ਧਿਆਨ ਨਾਲ ਤੁਸੀਂ ਪਾਠ ਕੀਤਾ, ਧਿਆਨ ਨਾਲ ਸਿਮਰਨ ਕੀਤਾ। ਜੇ ਸੱਚ ਪੁੱਛੋ ਜਪਜੀ ਸਾਹਿਬ ਦਾ ਪਾਠ ਕਰਦੇ ਆਪਾਂ ਨੇ ਕਿੰਨੇ ਵਾਰੀ ਧਿਆਨ ਇੱਧਰ ਉੱਧਰ ਨੂੰ ਚਲਿਆ ਜਾਂਦਾ ਹੈ। ਉਹ ਉਨੀਆਂ ਲਾਈਨਾਂ ਤਾਂ ਐਵੇਂ ਹੀ ਗਈਆਂ, ਹੁਣ ਤਾਂ ਫਲ ਹੀ ਨਹੀਂ ਮਿਲਣਾ। ਜੀਵ ਜ਼ਰੂਰ ਸੁੱਚੀ ਹੋ ਰਹੀ ਹੈ ਕਿ ਨਾਮ ਜਪ ਰਹੀ ਹੈ, ਜੀਵ ਸੁੱਚੀ ਹੋ ਰਹੀ ਹੈ, ਪਰ ਜਿੰਨਾ ਚਿਰ ਮਨ ਨਹੀਂ ਸੁੱਚਾ ਹੁੰਦਾ ਉਹਨਾਂ ਚਿਰ ਕੋਈ ਅੰਗ ਸੁੱਚਾ ਨਹੀਂ ਹੁੰਦਾ। ਮਨ ਉਦੋਂ ਸੁੱਚਾ ਹੋਏਗਾ ਜਦੋਂ ਅਸੀਂ ਪਰਮਾਤਮਾ ਦੇ ਨਾਮ ਨੂੰ ਸੁਣਾਂਗੇ ਵੀ, ਉਹ ਤਾਂ ਹੀ ਅੰਦਰ ਜਾਊ ਨਾ। ਮੇਰਾ ਮੂੰਹ ਕਹਿ ਰਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਤੇ ਮੈਂ ਘਰ ਚੱਕਰ ਲਾ ਰਿਹਾ, ਗੇੜੇ ਚਲਾ ਰਿਹਾ ਹਾਂ, ਯੂਪੀ 'ਚ ਫਿਰਦੇ ਹਾਂ, ਉਹ ਤਾਂ ਕਿਆ ਐਵੇਂ ਹੀ ਹੈ। ਫਿਰ ਟਾਈਮ ਵੀ ਖਰਾਬ ਕੀਤਾ। ਚਾਹੇ 10 ਮਿੰਟ ਕਰ ਲਓ। ਆਹ ਤੁਹਾਨੂੰ ਕਿਉਂ ਸਮੂਹਿਕ ਤੌਰ 'ਤੇ ਕਰਾਉਣੇ ਕਿ ਇਕਾਗਰਤਾ ਆ ਜਾਂਦੀ ਹੈ। ਉਦੋਂ ਕਿਉਂ ਅਸੀਂ ਜ਼ੋਰ ਨਾਲ ਬੋਲ ਰਹੇ ਹਾਂ, ਸਾਰਾ ਧਿਆਨ ਸਾਡਾ ਵਾਹਿਗੁਰੂ ਉਹਦੇ ਵੱਲ ਹੈ। 10 ਮਿੰਟ ਜਿਹੜਾ ਧਿਆਨ ਨਾਲ ਸਿਮਰ ਕਰਨਾ 1 ਘੰਟੇ ਦੇ ਬਰਾਬਰ ਹੈ। ਤੁਹਾਡੀ ਬਹੁਤ ਛੇਤੀ ਆਤਮਿਕ ਤਰੱਕੀ ਹੋਵੇਗੀ ਅਗਰ ਤੁਸੀਂ ਇਸਦਾ ਅਭਿਆਸ ਕਰਦੇ ਰਹੇ। ਮੈਂ ਨਹੀਂ ਤੁਹਾਨੂੰ ਕਹਿੰਦਾ ਤੁਸੀਂ ਘੰਟਿਆਂ ਬੱਧੀ ਕਰੋ, ਉਂਝ ਤਾਂ ਹੁਕਮ ਹੈ ਜਿੰਨੀ ਤੁਹਾਡੀ ਉਮਰ ਹੈ ਓਨੇ ਮਿੰਟ ਤੁਸੀਂ ਸਿਮਰਨ ਕਰਨਾ ਹੀ ਕਰਨਾ ਹੈ। 20 ਸਾਲ ਉਮਰ ਹੈ 20 ਮਿੰਟ ਕਰੋ, 40 ਸਾਲ ਉਮਰ ਹੈ 40 ਮਿੰਟ ਕਰੋ, 80 ਸਾਲ ਉਮਰ ਹੈ 80 ਮਿੰਟ ਕਰਨਾ ਹੀ ਕਰਨਾ। ਜਿੰਨਾ ਕੁ ਬੋਲ ਕੇ ਕਰ ਲਓ, ਬਾਕੀ ਸਵਾਸਾਂ ਨਾਲ ਵੈਸੇ ਕਰਦੇ ਰਹੋ। ਹੌਲੀ ਹੌਲੀ ਤੁਹਾਨੂੰ ਜਾਂਚ ਆ ਜਾਏਗੀ, ਹੌਲੀ ਹੌਲੀ ਆਪਾਂ ਨੂੰ ਜਾਂਚ ਆ ਜਾਏ, ਕੋਈ ਗੱਲ ਨਹੀਂ। ਸੋ ਕਹਿੰਦੇ ਜਦੋਂ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਉਹਦਾ ਫਜ਼ਲ ਹੁੰਦਾ ਹੈ, ਸਤਿਗੁਰੂ ਮਿਲਦਾ ਹੈ, ਮਨੁੱਖ ਨੂੰ ਫਿਰ ਗੁਰੂ ਦੇ ਵਿਚਾਰ ਦੀ ਸਮਝ ਆ ਜਾਂਦੀ ਹੈ। ਫਿਰ ਨਾਮ ਵਿਖਾਣਾ, ਨਾਮ ਜਪਦਾ, ਸੁਣੇ ਨਾਮ ਸੁਣਦਾ ਹੈ, ਨਾਮੇ ਵਿਹਾਰਾ ਅਤੇ ਨਾਮ ਦਾ ਹੀ ਵਿਹਾਰ ਕਰਦਾ ਹੈ। ਭਾਵ ਜਿੱਥੇ ਵੀ ਜਾਂਦਾ ਨਾਮ ਦੀਆਂ ਗੱਲਾਂ ਕਰਦਾ, ਨਾਮ ਦੀ ਹੀ ਮਹਿਮਾ ਉਹਨਾਂ ਨੂੰ ਦੱਸਦਾ ਰਹਿੰਦਾ ਹੈ, ਨਾਮ ਹੀ ਉਹਨਾਂ ਤੋਂ ਜਪਾਉਂਦਾ ਹੈ ਅਤੇ ਆਪ ਜਪਦਾ ਰਹਿੰਦਾ ਹੈ। ਸੋ ਸਤਿਕਾਰਯੋਗ ਸਾਧ ਸੰਗਤ, ਮਿੰਟ ਰਹਿ ਕੇ 10, ਹੁਣ ਆਪਾਂ ਸਿਮਰਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫੋਰਨ ਕੰਟਰੀਆਂ ਵਾਲੇ ਦੇ ਮੈਨੂੰ ਟੈਲੀਫੋਨ ਆਉਂਦੇ ਰਹਿੰਦੇ ਨੇ, ਬਾਬਾ ਜੀ ਇਹ ਤਾਂ ਬੜਾ ਵਧੀਆ ਹੋ ਗਿਆ ਜੀ। ਕਹਿੰਦੇ ਅਸੀਂ ਤਾਂ ਉਹ 2 ਮਿੰਟ ਦੀ ਬਣਾ ਲਈ ਹੈ ਕਲਿੱਪ 'ਚ, ਫਿਰ ਕੀ ਬਣਾਉਂਦੇ ਨੇ ਉਹ, ਕਹਿੰਦੇ ਉਹ ਲਾ ਲਈ ਆਪਣੇ ਟਰੱਕ ਦੇ ਵਿੱਚ, ਉਹ ਵਾਰੀ ਵਾਰੀ ਉਹੀ ਘੁੰਮੀ ਜਾਂਦੇ ਨਾ ਜੀ। ਹਾਂ ਬਸ ਕਹਿੰਦੇ ਉਹਦੇ ਨਾਲ ਹੀ ਅਸੀਂ ਲੱਗੇ ਰਹੇ, ਜਦ ਵਿਹਲੇ ਹੁੰਦੇ ਹਾਂ ਨਾਲ ਹੀ ਲੱਗ ਜਾਈਦਾ, ਧਿਆਨ ਲੱਗਾ ਰਹਿੰਦਾ ਵਧੀਆ। ਕਹਿੰਦੇ ਆਪਣੀ ਪੋਥੀ ਬੰਦ ਕਰ ਲਓ, ਜਿਹੜੇ ਚੌਂਕੜੀਆਂ ਮਾਰ ਸਕਦੇ ਹੋ ਚੌਂਕੜੀ ਮਾਰ ਲਓ, ਜਿਹੜੇ ਨਹੀਂ ਮਾਰ ਸਕਦੇ ਉਹ ਔਖੇ ਹੋਣ ਦੀ ਲੋੜ ਨਹੀਂ। ਜਿਵੇਂ ਤੁਹਾਡਾ ਸਰੀਰ ਆਗਿਆ ਦਿੰਦਾ ਹੈ ਉਸ ਤਰ੍ਹਾਂ ਬਹਿਣਾ। ਮੰਨ ਲਓ ਘਰ ਤੁਸੀਂ ਬੈਠੇ ਹੋ, ਗੋਡੇ ਕੰਮ ਨਹੀਂ ਕਰਦੇ, ਸੋਫੇ 'ਤੇ ਬਹਿ ਜਾਓ, ਕੁਰਸੀ 'ਤੇ ਬਹਿ ਜਾਓ, ਕੋਈ ਗੱਲ ਨਹੀਂ। ਪਰਮਾਤਮਾ ਦਾ ਨਾਮ ਕਿਸੇ ਵੀ ਹਾਲਤ ਵਿੱਚ ਜਪਿਆ ਜਾ ਸਕਦਾ ਹੈ, ਪਰ ਲੇਟ ਕੇ ਜਪਣ ਨਾਲ ਕਈ ਵਾਰੀ ਇਹ ਹੁੰਦਾ ਹੈ ਬੰਦੇ ਨੂੰ ਲੇਟ ਜਪਦੇ ਨੀਂਦ ਆ ਜਾਂਦੀ ਹੈ। ਬੈਠੇ ਹੋਵਾਂਗੇ ਥੋੜ੍ਹੇ ਸਾਵਧਾਨ ਰਹਾਂਗੇ। ਇਸ ਕਰਕੇ ਜਦੋਂ ਬਹੁਤ ਅਭਿਆਸ ਹੋ ਜਾ ਫਿਰ ਤੁਸੀਂ ਬੈਠੇ ਹੋ ਲੇਟੇ ਹੋ ਉਸ ਨਾਲ ਫਿਰ ਕੋਈ ਫਰਕ ਨਹੀਂ ਪੈਂਦਾ। ਜਦੋਂ ਇੱਕ ਵਾਰੀ ਸਾਡਾ ਸਿਮਰਨ ਚੱਲ ਪਏਗਾ ਨਾ ਅੰਦਰ, ਇਹ ਫਿਰ ਆਪਣੇ ਆਪ ਹੀ ਜਿਹੜਾ ਹੈ ਗੱਲ ਸਾਡੀ ਬਣ ਜਾਏਗੀ ਕਿਸੇ ਨੇ। ਆਓ ਜੀ ਹੁਣ ਸਿਮਰਨ ਕਰੀਏ। ਚੌਂਕੜੀ ਮਾਰ ਲਓ, ਅੱਖਾਂ ਬੰਦ ਕਰਨੀਆਂ, ਸਿਰ ਨੀਵਾਂ ਨਹੀਂ ਕਰਨਾ, ਸਿਰ 90 ਦੇ ਕੋਣ 'ਤੇ ਸਾਹਮਣੇ ਹੋਣਾ ਚਾਹੀਦਾ ਹੈ। ਨੀਵਾਂ ਕਰੋਗੇ ਫਿਰ ਤੁਹਾਡੇ ਜਿਹੜਾ ਉੱਪਰ ਨੂੰ ਨਹੀਂ ਜਾਏਗੀ, ਉਹ ਹੇਠਾਂ ਹੀ ਰਹਿ ਜਾਏਗਾ। ਹਾਂਜੀ ਸਿਰ ਸਿੱਧਾ ਰੱਖਣਾ, ਲੱਕ ਸਿੱਧਾ ਕਰਨ ਦੀ ਕੋਸ਼ਿਸ਼ ਕਰੋ, ਹੱਥ ਜੋੜ ਦਿਓ, ਆਪਣੇ ਸਰੀਰ ਦੇ ਨਾਲ ਲਾ ਲਓ ਹੱਥ, ਅਤੇ ਫਿਰ ਆਪਾਂ ਕਹਿਣਾ ਵਾਹਿਗੁਰੂ। ਸਾਰਿਆਂ ਬੋਲਣਾ, ਉੱਚੀ ਬੋਲਣਾ, ਸੰਗਣਾ ਨਹੀਂ ਹੈ। ਵਾਹਿਗੁਰੂ ਜਦੋਂ ਮੈਂ ਬੋਲਦਾ ਉਦੋਂ ਤੁਸੀਂ ਸੁਣਨਾ, ਜਦ ਤੁਸੀਂ ਬੋਲਦੇ ਹੋ ਉਦੋਂ ਮੈਂ ਸੁਣਦਾ। ਤੁਸੀਂ ਆਪ ਤਾਂ ਮੈਂ ਬੋਲ ਰਿਹਾ, ਮੈਂ ਸੁਣ ਵੀ ਰਿਹਾ, ਪਰ ਤੁਸੀਂ ਬੋਲੋਗੇ ਮੈਂ ਸੁਣਾਂਗਾ, ਮੈਂ ਬੋਲਾਂਗਾ ਤੁਸੀਂ ਸੁਣੋਗੇ, ਬਸ ਸੁਣਦੇ ਹੀ ਰਹਿਣਾ। ਮਤਲਬ ਵਾਹਿਗੁਰੂ ਇਹ ਖਿਆਲ ਰੱਖਣਾ, ਉੱਪਰ ਨੂੰ ਹੀ ਖਿਆਲ ਰੱਖਣਾ ਵੀ ਉਹਦੇ ਵੱਲ ਖਿਆਲ ਇੱਧਰ ਉੱਧਰ, ਜੇ ਇੱਧਰ ਖਿਆਲ ਜਾਣ ਲੱਗੇ ਫਿਰ ਉਸੇ ਲੈ 'ਤੇ ਉਸ ਤਰ੍ਹਾਂ ਆ ਜਾਓ ਵੀ ਵਾਹਿਗੁਰੂ ਵੀ ਆ ਜਾ ਰਿਹਾ ਹੈ। ਵਾਹਿਗੁਰੂ ਖਿਆਲ ਰੱਖਣਾ ਵੀ ਤੁਹਾਡੇ ਨਾ ਜਿਹੜਾ ਅੰਦਰ ਨਾਲ ਸਰੀਰ ਦੇ ਜਾ ਰਿਹਾ, ਅੰਦਰ ਵਿਚਾਲੇ ਨਹੀਂ ਸਮਝਣਾ ਜਾ ਰਿਹਾ ਵੀ ਸਰੀਰ ਦੇ ਨਾਲ ਅੰਦਰ ਮੱਥੇ ਦੇ ਨਾਲ ਅੰਦਰ ਜਾ ਰਿਹਾ ਹੈ, ਵੀ ਜਿਵੇਂ ਕੋਈ ਚੀਜ਼ ਟੱਚ ਕਰਦੀ ਜਾਂਦੀ ਹੈ, ਇਸ ਤਰ੍ਹਾਂ ਸਮਝਣਾ ਵੀ ਆ ਜਿਹੜਾ ਧੁਨੀ ਤੋਂ ਲੈ ਕੇ ਅੰਦਰ ਹੀ ਅੰਦਰ ਨਾਲ ਖਲੜੀ ਦੇ ਨਾਲ ਹੇਠਲੇ ਪਾਸੇ ਇਹ ਸਾਡੇ ਬੋਡੀ ਟੱਚ ਕਰ ਰਿਹਾ, ਵਿਚਾਲੇ ਨਹੀਂ ਜਾ ਰਿਹਾ, ਨਹੀਂ ਇਹਨੂੰ ਛੂੰਹਦਾ ਜਾਂਦਾ ਐਂ। ਉਹ ਜਦੋਂ ਇਹ ਛੂੰਹਦਾ ਅੰਦਰ ਜਾਏਗਾ ਤੁਹਾਡਾ ਜਿਹੜਾ ਹੈ ਮੱਥਾ ਸ਼ਾਂਤ ਹੋਣਾ ਸ਼ੁਰੂ ਹੋ ਜਾਏਗਾ। ਤੁਸੀਂ ਕਿੰਨੇ ਵੀ ਦੁਖੀ ਹੋਵੋ, ਕੋਈ ਚਿੰਤਾ ਲੱਗ ਜੇ,
ਮੀਆਂ ਬੀਬੀ ਤੂੰ ਮੈਂ ਕਰਕੇ ਹਟੇ ਨੇ, ਘਰ 'ਚ ਤੂੰ ਮੈਂ ਹੋ ਗਈ ਹੈ। ਤੁਸੀਂ 10 ਮਿੰਟ ਇਸ ਤਰ੍ਹਾਂ ਸਿਮਰਨ ਕਰ ਇੱਕਦਮ ਸ਼ਾਂਤ ਹੋ ਜਾਓਗੇ। ਬਾਣੀ ਉਸਦਾ ਅੱਧਾ ਘੰਟਾ ਪੜ੍ਹ ਕੇ ਤੁਸੀਂ ਸ਼ਾਂਤ ਹੋਵੋ, ਸਿਮਰਨ 10 ਮਿੰਟਾਂ ਬਾਅਦ ਤੁਹਾਨੂੰ ਸ਼ਾਂਤ ਕਰ ਦੇਗਾ, ਸਭ ਭੁੱਲ ਭੁਲਾ ਜਾਵੇ। ਹਾਂਜੀ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਬੇਨਤੀ ਹੈ ਕਿ ਘਰ ਜਿਹੜਾ ਹੈ ਇਹ 10 ਮਿੰਟ ਬੋਲ ਕੇ ਕਰੋ, ਫਿਰ ਮੂੰਹ ਬੰਦ ਕਰ ਲਓ। ਉਸ ਦਾ ਸ਼ੁਰੂ 'ਚ ਤੁਹਾਨੂੰ ਜੀਭ ਹਿਲਾਉਣੀ ਪੈ ਜੇ, ਫਿਰ ਕਹਿੰਦੇ
ਫਿਰ ਅੰਦਰ ਹੀ ਅੰਦਰ ਸਵਾਸਾਂ ਨਾਲ ਕਹਿਣਾ। ਜਿਵੇਂ ਆਪਾਂ ਸਾਖੇ ਤੇ ਭਈ ਰੂ ਕਿਹਾ ਹੈ, ਆਪਣੇ ਨਾਲ ਬਿਨਾਂ ਬੋਲਿਆ, ਜਿਵੇਂ ਸਵਾਸ ਆਪਾਂ ਚੜਾਉਣੇ ਆ, ਉਸ ਤਰ੍ਹਾਂ ਹੀ ਵਾਹਿਗੁਰੂ ਬਿਨਾਂ ਬੋਲੇ ਕਰਨਾ ਹੈ। ਤਾਂ ਜੋ ਜਦੋਂ ਦੇਖਿਆ 10 ਮਿੰਟਾਂ ਬਾਅਦ ਇਹ ਥੋੜ੍ਹਾ ਜਿਹਾ ਢਿੱਲਾ ਪੈਣ ਲੱਗਿਆ ਜਾਂ ਧਿਆਨ ਇੱਧਰ ਉੱਧਰ ਨੂੰ ਜਾਣ ਲੱਗਾ ਹੈ, ਫਿਰ ਬੋਲ ਬੋਲ ਕੇ 5 ਮਿੰਟ ਕਰ ਲਓ, ਫਿਰ ਇਕਾਗਰ ਹੋ ਜਾਓ। ਫਿਰ 10 ਮਿੰਟ 15 ਮਿੰਟ ਕੀਤਾ, ਫਿਰ ਦੇਖਿਆ ਧਿਆਨ ਇੱਧਰ ਜਾਣਾ ਹੈ, ਫਿਰ ਬੋਲ ਕੇ ਕਰਨਾ ਸ਼ੁਰੂ ਕਰ ਦਿਓ। ਇਸ ਤਰ੍ਹਾਂ ਤੁਸੀਂ ਸੁਚੇਤ ਰਹੋਗੇ। ਸਾਵਧਾਨ ਇਕਾਗਰ ਚੀਜ਼, ਫਿਰ ਜਾ ਕੇ ਪ੍ਰਾਪਤੀ ਹੋਇਆ ਕਰਦੀ, ਫਿਰ ਜਾ ਕੇ ਆਤਮਿਕ ਅਵਸਥਾ ਉੱਚੀ ਹੁੰਦੀ ਹੈ, ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।